ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਵਾਹਿਗੁਰੂ ਜੀ। ਵਾਰ ਚੌਥੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਰ ਕਰ, ਪੌਣ ਪਾਣੀ ਬੈਸੰਤਰ ਧਾਰੇ। ਧਰਤ ਆਕਾਸ ਵਿਛੋੜਿਓਨ, ਚੰਦ ਸੂਰਜ ਦੋਇ ਜੋਤ ਸਵਾਰੇ। ਖਾਣੀ ਚਾਰ ਬੰਧਾਨ ਕਰ, ਲੱਖ 84 ਹਜੂਨ ਦੁਆਰੇ। ਇਕਸ ਇਕਸ ਜੂਨ ਵਿੱਚ ਜੀਅ ਜੰਤ ਅਣਗਣਤ ਅਪਾਰੇ। ਮਾਨਸ ਜਨਮ ਦੁਲੰਭ ਹੈ, ਸਫਲ ਜਨਮ ਗੁਰ ਸਰਣ ਉਧਾਰੇ। ਸਾਧ ਸੰਗਤ ਗੁਰ ਸ਼ਬਦ ਲਿਵ, ਭਾਏ ਭਗਤ ਗੁਰ ਗਿਆਨ ਵਿਚਾਰੇ। ਪਰ ਉਪਕਾਰੀ ਗੁਰੂ ਪਿਆਰੇ, ਪਰ ਉਪਕਾਰੀ ਗੁਰੂ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਕਿਰਪਾਲੂ ਦਿਆਲੂ ਸਰਬ ਕਲਾ ਸਮਰੱਥ ਹਜ਼ੂਰ ਦਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਵੱਲੀ ਨਿਗਾਹ ਤਰਸ ਮਿਹਰਾਮਤ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਗੁਰੂ ਆਸੀਸ ਦੇ ਨਾਲ ਪ੍ਰਾਰੰਭ ਹੋਈ, ਸੋ ਪਿਛਲੇ ਦਿਨੀ ਭਾਈ ਸਾਹਿਬ ਜੀ ਦੀ ਇਸ ਪਾਵਨ ਰਚਨਾ ਦੀਆਂ 3 ਵਾਰਾਂ ਆਪਾਂ ਸਰਵਨ ਕੀਤੀਆਂ ਨੇ। ਚੌਥੀ ਪਾਵਨ ਵਾਰ ਦੀ ਪਹਿਲੀ ਪੌੜੀ ਆਪਾਂ ਪਾਠ ਰੂਪ ਵਿੱਚ ਸਰਵਨ ਕੀਤੀ ਹੈ। ਸੋ ਆਓ ਇਸ ਪਾਵਨ ਵਾਰ ਦੀ ਪ੍ਰਾਰੰਭਤਾ ਕਰੀਏ। ਜਿਤਨੇ ਮਾਲਕ ਦੀ ਪਾਵਨ ਰਹਿਮਤ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਆਓ ਸਰਵਨ ਕਰਦਿਆਂ ਹੋਇਆਂ ਪਿਆਰ ਸਹਿਤ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਰ ਚੌਥੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਵਨ ਵਾਰ ਦੀ ਪ੍ਰਾਰੰਭਤਾ ਕਰਦਿਆਂ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਵਸਤੂ ਨਿਰਦੇਸ਼ ਮੰਗਲ। ਇੱਕ ਓੰਕਾਰ, ਉਹ ਕਰਤਾ ਪਰਮੇਸ਼ਰ ਇੱਕ ਹੈ। ਉਹ ਸਾਰੇ ਰੂਪਾਂ ਰੰਗਾਂ ਭੇਦਾਂ ਚਿੰਨ੍ਹਾਂ ਆਦਿਕ ਤੋਂ ਪਰੇ ਹੈ। ਐਸਾ ਸਤਚਿਤ ਆਨੰਦ ਸਰੂਪ ਪਰਮਾਤਮਾ ਪੂਰੇ ਗੁਰੂ ਦੀ ਕਿਰਪਾ, ਉਹਦੀ ਬਖਸ਼ਿਸ਼, ਉਹਦੀ ਰਹਿਮਤ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਸੋ ਇਸ ਪਹਿਲੀ ਪਾਵਨ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਇਹ ਮਨੁੱਖਾ ਦੇਹ ਦੀ ਸਫਲਤਾ ਕਿਵੇਂ ਹੈ, ਜਾਂ ਇਹਦੀ ਸਫਲਤਾ ਜਿਹੜੀ ਉਹ ਕਿਵੇਂ ਹੋ ਸਕਦੀ ਹੈ, ਇਹਦੇ ਪਰਥਾਏ ਜ਼ਿਕਰ ਕਰਕੇ ਕਿਰਪਾ ਕਰਦੇ ਨੇ। ਓੰਕਾਰ ਅਕਾਰ ਕਰ, ਪੌਣ ਪਾਣੀ ਬੈਸੰਤਰ ਧਾਰੇ। ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਓੰਕਾਰ ਤੋਂ ਆਕਾਰ ਕਰ, ਆ ਸਾਰਾ ਆਕਾਰ ਸ੍ਰਿਸ਼ਟੀ ਦਾ ਜੋ ਸਾਨੂੰ ਦਿਖਾਈ ਦੇ ਰਿਹਾ ਹੈ, ਇਹ ਸਾਰਾ ਆਕਾਰ ਉਸ ਕਰਤੇ ਪਰਮੇਸ਼ਰ ਨੇ ਓੰਕਾਰ ਤੋਂ ਪੈਦਾ ਕੀਤਾ ਹੈ ਅਤੇ ਬਣਾ ਕਰਕੇ ਪੌਣ ਪਾਣੀ ਬੈਸੰਤਰ ਧਾਰੇ। ਇਹ ਪੌਣ, ਇਹ ਪਾਣੀ ਅਤੇ ਇਹ ਅੱਗ ਜਿਹੜੀ ਹੈ, ਇਹਨਾਂ ਸਾਰਿਆਂ ਨੂੰ ਪਰਮੇਸ਼ਰ ਨੇ ਇਹ 5 ਆਕਾਸ਼ ਦੇ ਸਮੇਤ ਪੌਣ ਪਾਣੀ ਧਰਤੀ ਆਕਾਸ਼ ਹਵਾ, ਇਹ ਸਾਰੇ ਜਿਹੜੇ ਹਨ ਇਹਨਾਂ ਨੂੰ ਮਿਲਾ ਕਰਕੇ ਪਰਮੇਸ਼ਰ ਨੇ ਇਹ ਧਾਰੇ ਧਾਰਨ ਕੀਤੇ ਹਨ। ਫਿਰ ਜ਼ਿਕਰ ਕਰਦੇ ਧਰਤ ਆਕਾਸ ਵਿਛੋੜਿਓਨ, ਚੰਦ ਸੂਰਜ ਦੋਏ ਜੋਤ ਸਵਾਰੇ। ਇੱਥੇ ਵਿਛੋੜਿਓਣ ਦਾ ਅਰਥ ਹੈ ਵਿੱਚ ਛੱਡੇ ਹਨ। ਵੈਸੇ ਵਿਛੋੜਿਓਣ ਦਾ ਅਰਥ ਹੈ ਵਿਛੋੜਨਾ, ਪਰ ਇੱਥੇ ਭਾਵ ਹੈ ਵਿੱਚ ਛੱਡ ਦਿੱਤੇ, ਭਾਵ ਕਿ ਇਹ ਧਰਤੀ ਜਿਹੜੀ ਹੈ ਇਹ ਆਕਾਸ਼ ਦੇ ਵਿੱਚ ਹੈ, ਸਪੇਸ ਦੇ ਵਿੱਚ ਹੈ। ਜਿਵੇਂ ਆਪਾਂ
ਪੜ੍ਹਦੇ ਹਾਂ ਕਿ ਧਰਤੀ ਦੇ ਚਾਰੇ ਪਾਸੇ ਵੀ ਆਕਾਸ਼ ਹੈ, ਸਪੇਸ ਹੈ, ਤੇ ਆਪਾਂ ਜਿਸ ਤਰ੍ਹਾਂ ਹੁਣ ਆਪਾਂ ਬੈਠੇ ਹਾਂ ਆਪਣੇ ਵਿੱਚ ਸਪੇਸ ਹੈ, ਜੋ ਖਾਲੀ ਥਾਂ ਹੈ, ਜੋ ਸਪੇਸ ਹੈ, ਉਹ ਸਾਰਾ ਆਕਾਸ਼ ਹੈ, ਤੇ ਧਰਤੀ ਇਸ ਆਕਾਸ਼, ਇਸ ਗਲੈਕਸੀ ਦੇ ਵਿੱਚ ਉੱਡ ਰਹੀ ਹੈ। ਸੋ ਇਸ ਤਰ੍ਹਾਂ ਧਰਤੀ ਜਿਹੜੀ ਹੈ ਆਕਾਸ਼ ਦੇ ਵਿੱਚ ਪਰਮਾਤਮਾ ਨੇ ਇਹ ਬਣਾ ਕੇ ਇਹਨੂੰ ਛੱਡ ਦਿੱਤਾ ਹੈ, ਘੁੰਮ ਰਹੀ ਹੈ। ਸੋ ਇਸੇ ਤਰ੍ਹਾਂ ਉਸ ਤੋਂ ਬਾਅਦ ਚੰਦ ਸੂਰਜ ਦੋਏ ਜੋਤ ਸਵਾਰੇ, ਚੰਦ ਅਤੇ ਸੂਰਜ ਇਹ ਦੋਵੇਂ ਦੀਵੇ ਜਿਹੜੇ ਹਨ ਪਰਮਾਤਮਾ ਨੇ ਇਹ ਸਵਾਰ ਕੇ ਰੱਖ ਦਿੱਤੇ ਹਨ। ਇਹ ਚਾਨਣਾ ਕਰ ਰਹੇ ਨੇ, ਸੂਰਜ ਵੀ ਚਾਨਣਾ ਕਰਦਾ ਹੈ ਤੇ ਚੰਦ ਵੀ ਚਾਨਣਾ ਕਰਦਾ ਹੈ। ਖਾਣੀ ਚਾਰ ਬੰਧਾਨ ਕਰ, ਲੱਖ 84 ਹਜੂਨ ਦੁਆਰੇ। ਇਹ ਸ੍ਰਿਸ਼ਟੀ ਦੀ ਰਚਨਾ ਦੇ ਪ੍ਰਥਾਏ ਜ਼ਿਕਰ ਕਰ ਰਹੇ ਨੇ ਕਿ ਪ੍ਰਮਾਤਮਾ ਨੇ ਓੰਕਾਰ ਤੋਂ ਸਾਰੀ ਸ੍ਰਿਸ਼ਟੀ ਰਚ ਕੇ ਆ ਪੰਜ ਤੱਤਾਂ ਦਾ ਪਸਾਰਾ ਪਸਾਰ ਦਿੱਤਾ। ਧਰਤੀ ਆਕਾਸ਼ ਦੇ ਵਿੱਚ ਘੁੰਮ ਰਹੀ ਹੈ, ਉੱਡ ਰਹੀ ਹੈ, ਵਿਛੋੜ ਦਿੱਤੀ, ਭਾਵ ਉਹਨੇ ਇਹਦੇ ਵਿੱਚ ਇਸ ਧਰਤੀ ਨੂੰ ਛੱਡ ਦਿੱਤਾ ਹੈ। ਚੰਦ ਤੇ ਸੂਰਜ ਦੋਵੇਂ ਦੀਵੇ ਬਣਾ ਕਰਕੇ ਫਿਰ ਖਾਣੀ ਚਾਰ ਬੰਧਾਨ ਕਰ, ਇਹ ਚਾਰ ਖਾਣੀਆਂ ਅੰਡਜ, ਜੇਰਜ, ਸੇਤਜ, ਉਤਪੁਜ, ਕਿਉਂਕਿ ਜੀਵ ਚਾਰਾਂ ਖਾਣੀਆਂ ਦੇ ਵਿੱਚ ਹੀ ਜਨਮ ਲੈਂਦਾ। ਕੋਈ ਆਂਡੇ ਦੇ ਨਾਲ ਜਨਮ ਲੈਂਦਾ ਹੈ, ਕੋਈ ਜੇਰ ਦੇ ਨਾਲ ਜਨਮ ਲੈਂਦਾ ਹੈ, ਕੋਈ ਜ਼ਮੀਨ 'ਚੋਂ ਪੈਦਾ ਹੋ ਰਿਹਾ ਤੇ ਜਾਂ ਫਿਰ ਕੋਈ ਪਸੀਨੇ ਦੇ ਵਿੱਚੋਂ ਜਨਮ ਲੈਂਦਾ ਹੈ। ਸੋ ਇਸ ਤਰ੍ਹਾਂ ਪਰਮਾਤਮਾ ਨੇ ਚਾਰੇ ਖਾਣੀਆਂ ਨੂੰ ਰਚ ਕਰਕੇ ਲੱਖ 84 ਜੂਨ ਦੁਆਰੇ, ਇਹ 84 ਲੱਖ ਜੂਨਾਂ ਦੇ ਦੁਆਰਾ ਇਹ ਵੱਖ-ਵੱਖ ਸਰੀਰ, ਮਨੁੱਖਾ ਸਰੀਰ, ਪਸ਼ੂਆਂ ਦੇ ਸਰੀਰ, ਪੰਛੀਆਂ ਦੇ ਸਰੀਰ, ਇਹ ਸਾਰੇ ਸਰੀਰ ਜਿਹੜੇ ਜੂਆਂ ਆਦਿਕ, ਇਹ ਸਾਰੇ ਅਲੱਗ-ਅਲੱਗ ਇਹਨਾਂ ਖਾਣੀਆਂ ਦੇ ਵਿੱਚੋਂ ਪੈਦਾ ਕਰਕੇ ਪਰਮੇਸ਼ਰ ਨੇ ਇਹ 84 ਲੱਖ ਸਣੇ ਮਨੁੱਖ, ਇਹ ਜੂਨਾਂ ਜਿਹੜੀਆਂ ਇਹਨਾਂ ਨੂੰ ਬਣਾ ਦਿੱਤਾ ਹੈ। 21 ਜੂਨ ਵਿੱਚ ਜੀ ਜੰਤ ਅਣਗਿਣਤ ਅਪਾਰੇ। ਫਿਰ ਇੱਕ ਜੂਨ ਦੇ ਵਿੱਚ ਉਹਨੇ ਅਣਗਿਣਤ ਜੀਵ ਜੰਤੂ ਜਿਹੜੇ ਉਹ ਬਣਾਏ ਹਨ, ਪੈਦਾ ਕੀਤੇ ਨੇ। ਭਾਵ ਇਹ ਹੈ ਕਿ ਜਿਵੇਂ 1 ਜੂਨ ਦੇ ਵਿੱਚ ਫਰਜ਼ ਕਰੋ ਇੱਕ ਕੁੱਤਾ ਹੈ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਾਰੀ ਧਰਤੀ ਦੇ ਉੱਤੇ ਇੱਕ ਹੀ ਹੈ। ਹਰ ਪਿੰਡ, ਹਰ ਸ਼ਹਿਰ ਦੇ ਵਿੱਚ ਲੱਖਾਂ ਹਜ਼ਾਰਾਂ ਹਨ, ਚਿੜੀਆਂ ਹਨ, ਪੰਛੀ ਹਨ, ਹੋਰ ਜਾਨਵਰ ਹਨ। ਆਪਾਂ ਘਰਾਂ ਦੇ ਵਿੱਚ ਮੱਝਾਂ ਰੱਖਦੇ, ਇਹ ਤਾਂ ਨਹੀਂ ਕਿਹਾ ਜਾਂਦਾ ਕਿ ਮੱਝ ਸਾਰੇ ਮੁਲਕ ਦੇ, ਸਾਰੀ ਦੁਨੀਆ ਵਿੱਚ ਉਹਨੇ ਇੱਕ ਹੀ ਬਣਾਈ ਹੈ। ਸੋ ਇਸ ਤਰ੍ਹਾਂ ਉਹਨੇ 1 ਜੂਨ ਦੇ ਵਿੱਚ ਅਨੇਕਾਂ ਅਪਾਰ ਜੀਵ ਜੰਤ ਜਿਹੜੇ ਹਨ ਪੈਦਾ ਕੀਤੇ ਨੇ। ਮਨੁੱਖ ਵੀ ਉਹਨੇ ਬੇਅੰਤ ਪੈਦਾ ਕੀਤੇ, ਪਸ਼ੂ ਵੀ ਬੇਅੰਤ ਪੈਦਾ ਕੀਤੇ, ਪੰਛੀ ਵੀ ਜਿਹੜੇ ਹਨ ਬੇਅੰਤ ਪੈਦਾ ਕੀਤੇ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਮਾਨਸ ਜਨਮ ਦੁਲੰਭ ਹੈ, ਸਫਲ ਜਨਮ ਗੁਰ ਸ਼ਰਨ ਉਧਾਰੇ। ਫਿਰ ਭਾਈ ਸਾਹਿਬ ਕਹਿੰਦੇ ਨੇ ਇਹ ਮਨੁੱਖਾ ਜਨਮ ਜਿਹੜਾ ਇਹ ਸਾਰਿਆਂ ਤੋਂ ਦੁਰਲੱਭ ਹੈ, ਅਮੋਲਕ ਹੈ। ਦੁਖੇਨ ਲਬਧः ਸੰਪ੍ਰਾਪਤः ਸਾ ਦੁਰਲਭः। ਬੜੇ ਦੁੱਖਾਂ ਦੇ ਨਾਲ, ਬੜੇ ਲੰਬੇਰੇ ਸਫ਼ਰ ਤੈਅ ਕਰਕੇ, ਬੜਾ ਲੰਬੇਰਾ ਪੰਧ ਤੈਅ ਕਰਕੇ, ਜੂਨਾਂ ਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇਹ ਸਾਰੀਆਂ ਜੂਨਾਂ ਨੂੰ ਹੰਢਾ ਕੇ ਪ੍ਰਾਪਤ ਹੋਈ। ਇਸ ਕਰਕੇ ਮਾਨਸ ਜਨਮ ਦੁਲੰਭ ਹੈ, ਬੜਾ ਦੁਰਲੱਭ ਹੈ। ਪਰ ਨਾਲ ਜ਼ਿਕਰ ਕਰ ਦਿੱਤਾ ਸਫਲ ਜਨਮ ਗੁਰ ਸ਼ਰਨ ਉਧਾਰੇ। ਦੁਰਲੱਭ ਹੈ, ਮਨੁੱਖਾ ਜਨਮ ਮਿਲ ਗਿਆ, ਪਰ ਇਹਦੀ ਸਫਲਤਾ ਉਦੋਂ ਹੈ ਜਦੋਂ ਇਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣਾ ਉਧਾਰ ਕਰ ਲੈਂਦਾ ਹੈ। ਭਾਵ ਮਿਲ ਤਾਂ ਸਾਰਿਆਂ ਨੂੰ ਗਿਆ ਤੇ ਸਾਰਿਆਂ ਦਾ ਹੀ ਮਨੁੱਖਾ ਜਨਮ ਦੁਰਲੱਭ ਹੈ, ਪਰ ਸਫਲ ਉਸ ਦਿਨ ਹੈ ਜਿੱਦਣ ਆਪਾਂ ਗੁਰੂ ਵਾਲੇ ਹੋਵਾਂਗੇ, ਜਿੱਦਣ ਗੁਰੂ ਦੀ ਸ਼ਰਨ ਵਿੱਚ ਪਵਾਂਗੇ, ਜਿਸ ਦਿਨ ਸ਼ਬਦ ਗੁਰੂ ਦੇ ਲੜ ਲੱਗ ਜਾਵਾਂਗੇ। ਫਿਰ ਜ਼ਿਕਰ ਕਰਕੇ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਲਿਵ, ਭਾਏ ਭਗਤ ਗੁਰ ਗਿਆਨ ਵਿਚਾਰੇ। ਫਿਰ ਕੀ ਕਰੇ ਇਹ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਜੀਵ ਕਿ ਸਤ ਸੰਗਤ ਕਰੇ, ਗੁਰ ਸ਼ਬਦ ਲਿਵ, ਗੁਰੂ ਕੇ ਸ਼ਬਦ ਦੇ ਨਾਲ ਲਿਵ, ਸੁਰਤੀ ਬਿਰਤੀ ਨੂੰ ਜੋੜੇ, ਭਾਏ ਭਗਤ, ਪ੍ਰੇਮਾ ਭਗਤੀ ਕਰੇ, ਗੁਰ ਗਿਆਨ ਵਿਚਾਰੇ, ਤੇ ਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ, ਗੁਰੂ ਕੇ ਗਿਆਨ ਨੂੰ ਵਿਚਾਰਨਾ ਕਰੇ। ਸੋ ਇਸ ਤਰ੍ਹਾਂ ਗੁਰੂ ਦਾ ਦੱਸਿਆ ਹੋਇਆ ਗਿਆਨ ਜਿਹੜਾ ਉਹਦੀ ਵਿਚਾਰ ਕਰੇ, ਉਹਨੂੰ ਕਮਾਉਣਾ ਕਰੇ। ਸੋ ਇੱਥੇ ਅਖੀਰ ਤੇ ਇਹੀ ਸਮਝਾਉਂਦੇ ਨੇ ਕਿ ਜਨਮ ਸਫਲ ਜਦੋਂ ਗੁਰੂ ਦੀ ਸ਼ਰਨ ਆ ਗਏ, ਉਸ ਤੋਂ ਬਾਅਦ ਇਕੱਲੇ ਸ਼ਰਨ ਆਇਆਂ ਵੀ ਪੂਰੀ ਕਹਾਣੀ ਨਹੀਂ ਬਣਦੀ। ਸਾਧ ਸੰਗਤ ਦੇ ਵਿੱਚ ਬੈਠੇ ਗੁਰ ਸ਼ਬਦ, ਕਥਾ, ਕੀਰਤਨ, ਗੁਰਬਾਣੀ ਦੇ ਪਾਠ ਦੇ ਨਾਲ ਲਿਵ ਲਾਵੇ, ਮਾਲਕ ਦੇ ਨਾਲ, ਗੁਰੂ ਕੇ ਨਾਲ, ਗੁਰੂ ਕੇ ਸ਼ਬਦ ਦੇ ਨਾਲ ਪ੍ਰੇਮਾ ਭਗਤੀ ਕਰੇ,
ਤੇ ਗੁਰੂ ਕੇ ਦਿੱਤੇ ਹੋਏ ਆਦੇਸ਼ ਸੰਦੇਸ਼ ਉਪਦੇਸ਼ ਗਿਆਨ ਨੂੰ ਹਿਰਦੇ ਦੇ ਵਿੱਚ ਵਿਚਾਰਨਾ ਕਰੇ। ਪਰ ਉਪਕਾਰੀ ਗੁਰੂ ਪਿਆਰੇ, ਤੇ ਫਿਰ ਪਰ ਉਪਕਾਰੀ ਹੋਵੇ ਤੇ ਗੁਰੂ ਕਾ ਪਿਆਰਾ ਹੋਵੇ, ਭਾਵ ਗੁਰੂ ਨੂੰ ਪਿਆਰ ਕਰੇ, ਪਰ ਉਪਕਾਰੀ ਵੀ ਹੋਵੇ, ਗੁਰੂ ਨੂੰ ਪਿਆਰ ਕਰੇ, ਫਿਰ ਗੁਰੂ ਨੂੰ ਪਿਆਰ ਕਰਦਾ ਹੋਵੇ ਤੇ ਨਾਲ ਨਾਲ ਸੰਸਾਰ ਤੇ ਪਰਉਪਕਾਰ ਵੀ ਕਰਦਾ ਹੋਵੇ। ਸੋ ਇਸ ਤਰ੍ਹਾਂ ਪਹਿਲੀ ਪੌੜੀ ਦੇ ਵਿੱਚ ਸਮਝਾਉਂਦੇ ਕਿ ਮਨੁੱਖਾ ਜਨਮ ਗੁਰੂ ਕੀ ਸ਼ਰਨ ਆ ਕੇ ਸਫਲ ਹੈ। ਹੁਣ ਅਗਲੀ ਦੂਸਰੀ ਪੌੜੀ ਦੇ ਵਿੱਚ ਮਨੁੱਖਾ ਜੀਵਨ ਦੇ ਅੰਦਰ ਕੁਝ ਸੁਭਾਅ ਚਾਹੀਦੇ ਹਨ, ਤੇ ਸਾਰਿਆਂ ਤੋਂ ਵੱਡਾ ਸੁਭਾਅ ਜਿਹੜਾ ਉਹ ਨਿਮਰਤਾ ਹੈ। ਅੱਜ ਨਿਮਰਤਾ ਦੇ ਪਰਥਾਏ ਹੀ ਇਹਨਾਂ ਅਗਲੀਆਂ ਪੌੜੀਆਂ ਦੇ ਵਿੱਚ ਭਾਈ ਸਾਹਿਬ ਸਾਨੂੰ ਸਮਝਾਉਣਗੇ। ਸੋ ਜ਼ਿਕਰ ਕਰਦੇ ਨੇ, ਸਭ ਦੂੰ ਨੀਵੀਂ ਧਰਤ ਹੈ, ਆਪ ਗਵਾਏ ਹੋਈ ਉਡੀਣੀ, ਕਿ ਧਰਤੀ ਜਿਹੜੀ ਹੈ ਸਾਰਿਆਂ ਤੋਂ ਨੀਵੀਂ ਹੈ ਤੇ ਆਪ ਗਵਾਏ, ਆਪਾ ਭਾਵ ਗਵਾ ਕੇ ਉਡੀਣੀ, ਨਿਮਾਣੀ ਹੋ ਕੇ ਰਹਿੰਦੀ ਹੈ। ਕਿੰਨੀ ਨਿਮਾਣੀ ਹੈ ਧਰਤੀ, ਇਹਦੇ ਤੇ ਲੱਖਾਂ ਲੋਕ ਤੁਰਦੇ ਨੇ, ਇਹਨੂੰ ਪੁੱਟਦੇ ਨੇ, ਇਹਦੇ ਤੇ ਗੰਦਗੀ ਵੀ ਫੈਲਾਉਂਦੇ ਨੇ। ਹਲ ਵਾਹੁੰਦਿਆਂ ਹੋਇਆਂ ਜ਼ਿਮੀਂਦਾਰ ਜਿਹੜਾ ਧਰਤੀ ਦੀ ਹਿੱਕ ਨੂੰ ਪਾੜ ਦਿੰਦਾ ਹੈ, ਪਰ ਫਿਰ ਵੀ ਕਿੰਨੇ ਨਿਮਾਣੇਪਣ ਦੇ ਵਿੱਚ ਧਰਤੀ ਜਿਹੜੀ ਰਹਿੰਦੀ ਹੈ। ਧੀਰਜ ਧਰਮ ਸੰਤੋਖ ਦ੍ਰਿੜ, ਪੈਰਾਂ ਹੇਠ ਰਹਿ ਲਿਵ ਲੀਣੀ, ਤੇ ਇਸ ਤਰ੍ਹਾਂ ਲਿਵ ਲੀਣੀ ਭਾਵ ਪ੍ਰੀਤ ਰੱਖਦੀ ਹੈ, ਬੜੀ ਪ੍ਰੀਤ ਕਰਦੀ ਹੈ, ਤੇ ਪੈਰਾਂ ਹੇਠ ਰਹਿ, ਸਾਰਿਆਂ ਦੇ ਪੈਰਾਂ ਥੱਲੇ ਰਹਿੰਦੀ। ਕਦੀ ਧਰਤੀ ਇਹ ਨਹੀਂ ਕਹਿੰਦੀ ਕਿ ਮੈਂ ਅਮੀਰ ਦੇ ਪੈਰਾਂ ਥੱਲੇ ਰਹਾਂਗੀ ਪਰ ਮੈਂ ਗਰੀਬ ਦੇ ਪੈਰਾਂ ਥੱਲੇ ਨਹੀਂ ਰਹਿਣਾ। ਜਿਵੇਂ ਆਮ ਸੰਸਾਰ 'ਤੇ ਦੇਖਦੇ ਹਾਂ, ਅਮੀਰ ਦੇ ਪੈਰਾਂ ਥੱਲੇ, ਉਹਦੀ ਜੁੱਤੀ ਥੱਲੇ ਹਰ ਕੋਈ ਮਨੁੱਖ ਰਹਿਣ ਨੂੰ ਤਿਆਰ ਹੈ, ਪਰ ਗਰੀਬ ਦੀ ਜੁੱਤੀ ਥੱਲੇ ਕੌਣ ਰਹਿਣ ਨੂੰ ਤਿਆਰ ਹੈ। ਸੋ ਇਸ ਤਰ੍ਹਾਂ ਪਰ ਧਰਤੀ ਦਾ ਐਸਾ ਸੁਭਾਅ ਨਹੀਂ। ਧਰਤੀ ਕੀ ਕਰਦੀ ਹੈ, ਧੀਰਜ ਤੇ ਸੰਤੋਖ ਜਿਹੜਾ ਹੈ ਇਹਨੂੰ ਪੱਕਾ ਕਰਕੇ ਰੱਖਦੀ। ਧੀਰਜ ਧਰਮ ਸੰਤੋਖ ਦ੍ਰਿੜ, ਇਹ ਧੀਰਜ ਨੂੰ ਤੇ ਸੰਤੋਖ ਨੂੰ ਪੱਕਾ ਕਰਕੇ ਰੱਖਦੀ। ਤੇ ਧਰਤੀ ਦਾ ਧਰਮ ਕੀ ਹੈ, ਪੈਰਾਂ ਹੇਠ ਰਹਿ ਲਿਵ ਲੀਣੀ, ਇਹਦਾ ਧਰਮ ਹੈ, ਸੁਭਾਅ ਹੈ। ਇਹ ਆਪਣੇ ਧਰਮ ਦੇ ਵਿੱਚ ਵੀ ਪੱਕੀ ਹੈ, ਆਪਣੇ ਧਰਮ ਨੂੰ ਵੀ ਕਦੀ ਤਿਆਗਦੀ ਨਹੀਂ, ਕਦੀ ਧਰਤੀ ਜਿਹੜੀ ਉਹ ਮਨੁੱਖ ਦੇ ਉੱਪਰ ਨਹੀਂ ਚੜ੍ਹ ਕੇ ਆਉਂਦੀ। ਸੋ ਇਸ ਤਰ੍ਹਾਂ ਧੀਰਜ ਰੱਖਦੀ ਹੈ, ਸੰਤੋਖ ਧਾਰਨ ਕਰਦੀ ਹੈ। ਸਾਧ ਜਨਾ ਕੇ ਚਰਨ ਛੋਹੇ, ਆਡੀਣੀ ਹੋਈ ਲਾਖੀਣੀ, ਤੇ ਜਦੋਂ ਇਸ ਧਰਤੀ ਦੇ ਕਿਸੇ ਕੋਨੇ, ਕਿਸੇ ਨਗਰ, ਕਿਸੇ ਪਿੰਡ ਜਾਂ ਕਿਸੇ ਖੇਤ, ਭਾਵ ਧਰਤੀ ਦੇ ਕਿਸੇ ਵੀ ਹਿੱਸੇ ਦੇ ਉੱਤੇ ਸਾਧੂ ਦੇ ਪੈਰ ਪੈ ਜਾਣ, ਸਤਿਪੁਰਖ ਦੇ ਪੈਰ ਪੈ ਜਾਣ, ਗੁਰੂ ਕੇ ਚਰਨ ਪੈ ਜਾਣ, ਆਡੀਣੀ ਭਾਵ ਅੱਧੇ ਮੁੱਲ ਦੀ ਧਰਤੀ ਜਿਹੜੀ ਹੋਈ ਲਾਖੀਣੀ, ਉਹ ਫਿਰ ਲੱਖਾਂ ਅਰਬਾਂ ਦੀ ਹੋ ਗਈ। ਭਾਵ ਦੇਖਦੇ ਹਾਂ ਸੰਸਾਰ 'ਤੇ ਬੜੇ ਅਸਥਾਨ ਜਿੱਥੇ ਸਾਧੂਆਂ ਨੇ ਬਹਿ ਕਰਕੇ ਬੰਦਗੀ ਕਰ ਲਈ, ਉਹ ਪਿੰਡ, ਉਹ ਖੇਤ ਜਿਨ੍ਹਾਂ ਨੂੰ ਸ਼ਾਇਦ ਕੋਈ ਪੁੱਛਦਾ ਨਹੀਂ ਸੀ, ਕੋਈ ਲੰਘਦਾ ਵੀ ਨਹੀਂ ਸੀ, ਵੇਂਦਾ ਨਹੀਂ ਸੀ ਉੱਧਰ ਨੂੰ, ਪਰ ਕਿਸੇ ਆਮ ਜੰਗਲ ਬੀਆਬਾਨ ਵਿੱਚ ਜਾਂ ਕਿਸੇ ਪਿੰਡ ਤੋਂ ਬਾਹਰ ਆ ਕਰਕੇ ਕਿਸੇ ਖੁੱਲ੍ਹੇ ਖੇਤ ਦੇ ਵਿੱਚ ਬਹਿ ਕੇ ਸਾਧੂ ਨੇ, ਮਹਾਤਮਾ ਨੇ ਤਪੱਸਿਆ ਕਰ ਦਿੱਤੀ। ਉਹ ਜਿਸ ਜਗ੍ਹਾ 'ਤੇ ਉਹਨੇ ਤਪੱਸਿਆ ਕੀਤੀ, ਅੱਜ ਉਹ ਜਗ੍ਹਾ ਜਿਹੜੀ ਉਹ ਕਰੋੜਾਂ ਅਰਬਾਂ ਦੇ ਮੁੱਲ ਤੋਂ ਵੀ ਪਰੇ ਤੇ ਦੁਨੀਆ ਨੂੰ ਚੁੱਕਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਜੀਵਨ ਦੇਖਦੇ ਹਾਂ ਤੇ ਉਹ ਅਸਥਾਨ ਜਿਹੜੇ ਸ਼ਾਇਦ ਪਹਿਲਾਂ ਇੱਕ ਸਧਾਰਨ ਜਿਹੇ ਘਰਾਂ ਦੀ ਤਰ੍ਹਾਂ ਸਨ, ਜਿਸ ਤਰ੍ਹਾਂ ਕਹਿ ਦਈਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਬਾਬਾ ਮਹਿਤਾ ਕਾਲੂ ਜੀ ਦਾ ਘਰ ਵੀ ਤੇ ਇੱਕ ਆਮ ਘਰ ਦੀ ਤਰ੍ਹਾਂ ਸੀ, ਪਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪੈ ਗਏ ਤੇ ਉਹ ਅਰਬਾਂ ਕਰੋੜਾਂ ਦੇ ਮੁੱਲ ਤੋਂ ਵੀ ਕਹਿ ਦਈਏ ਬੇਸ਼ਕੀਮਤੀ ਉਹ ਨਨਕਾਣਾ ਸਾਹਿਬ ਹੈ। ਬੇਬੇ ਨਾਨਕੀ ਜੀ ਦਾ ਮੁਬਾਰਕ ਗ੍ਰਹਿ ਜੋ ਸੁਲਤਾਨਪੁਰ ਵਿਖੇ ਹੈ, ਪਹਿਲਾਂ ਤੇ ਉਹ ਵੀ ਇੱਕ ਘਰ ਹੈ, ਪਰ ਅੱਜ ਉਹ ਗੁਰੂ ਕਾ ਘਰ ਹੈ। ਜਦੋਂ ਸਾਲਸਰਾਏ ਜੌਹਰੀ ਦੀ ਹਵੇਲੀ ਦੇਖਦੇ ਹਾਂ, ਗੁਰੂ ਕੇ ਚਰਨ ਪੈਣ ਤੋਂ ਪਹਿਲਾਂ ਤੇ ਇਹ ਸਾਲਸਰਾਏ ਜੌਹਰੀ ਦੀ ਹਵੇਲੀ ਹੈ, ਪਰ ਅੱਜ ਇਹ ਸਿੱਖ ਪੰਥ ਦਾ ਮਹਾਨ ਤਖਤ ਹੈ। ਸੋ ਇਸ ਤਰ੍ਹਾਂ ਸਾਧੂ ਦੇ ਚਰਨ ਪੈਣ ਨਾਲ, ਗੁਰੂ ਕੇ ਚਰਨ ਪੈਣ ਨਾਲ ਇਹ ਨਿਮਰਤਾ ਵਿੱਚ ਰਹਿਣ ਵਾਲੀ ਧਰਤੀ ਜਿਹੜੀ ਸ਼ਾਇਦ ਪਹਿਲਾਂ ਅੱਧੇ ਮੁੱਲ ਦੀ ਵੀ ਨਾ ਹੋਵੇ, ਸੋ ਸਾਧੂ ਜਨਾਂ ਦੇ ਚਰਨ ਸਪਰਸ਼ ਕਰਨ ਤੋਂ ਬਾਅਦ ਲਾਖੀਣੀ, ਭਾਈ ਸਾਹਿਬ ਜੀ ਕਹਿੰਦੇ ਲੱਖਾਂ ਦੀ ਹੋ ਜਾਂਦੀ। ਪਰ ਹਾਂ, ਜਿੱਥੇ ਮੇਰੇ ਗੁਰੂ ਦੇ ਚਰਨ ਪੈ ਗਏ ਉਹ ਲੱਖਾਂ ਤੋਂ ਵੀ ਉਤਾਂਹ ਹੈ, ਉਹਦਾ ਦੁਨੀਆ ਮੁੱਲ ਹੀ ਨਹੀਂ ਪਾ ਸਕਦੀ। ਇਸ ਕਰਕੇ ਬਚਨ ਪੜ੍ਹਦੇ, ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਸੋ ਅੱਗੇ ਫਿਰ ਜ਼ਿਕਰ ਕਰਕੇ ਕਹਿੰਦੇ, ਅੰਮ੍ਰਿਤ ਬੂੰਦ ਸੁਹਾਵਣੀ, ਸ਼ਹਿਬਰ ਝਲ ਕਰੇਣ ਹੋਏ ਰੀਣੀ। ਫਿਰ ਇਸ ਧਰਤੀ ਦੇ ਉੱਤੇ ਜਦੋਂ ਸ਼ਹਿਬਰ ਝਲਕ
ਭਾਵ ਕਿ ਜਦੋਂ ਉਹ ਆਕਾਸ਼ ਦੇ ਵਿੱਚੋਂ ਸੋਹਣੀਆਂ ਅੰਮ੍ਰਿਤ ਦੀਆਂ ਮੀਂਹ ਦੀਆਂ ਬੂੰਦਾਂ ਅੰਮ੍ਰਿਤ ਦੇ ਸਮਾਨ ਜਦੋਂ ਵਰਸਦੀਆਂ, ਭਾਵ ਜਦੋਂ ਝੜੀ ਲੱਗਦੀ ਹੈ ਤਾਂ ਉਸ ਝੜੀ ਦੇ ਵਿੱਚ ਇਸ ਧਰਤੀ ਨੂੰ ਨਿਰਮਲ ਬੂੰਦਾਂ ਦੀ ਇੱਕ ਸੁੰਦਰ ਝਲਕ, ਇੱਕ ਰਸ, ਇੱਕ ਸਪਰਸ਼ਤਾ ਜਿਹੜੀ ਝੜੀ ਦੇ ਦੁਆਰਾ ਜਦੋਂ ਧਰਤੀ ਨੂੰ ਮਿਲਦੀ ਹੈ ਤਾਂ ਰੇਣ ਹੋਏ ਰੀਣੀ, ਫਿਰ ਇਹ ਧਰਤੀ ਜਿਹੜੀ ਹੈ ਰੀਣੀ ਭਾਵ ਰੱਜਦੀ ਹੈ। ਧਰਤੀ ਕਦੀ ਦੁੱਧ ਨਾਲ ਨਹੀਂ ਰੱਜੀ, ਜਾਂ ਇੰਝ ਕਹਿ ਦਈਏ ਜਦੋਂ ਖੇਤਾਂ ਦੇ ਵਿੱਚ ਕਿਸਾਨ ਵੀ ਧਰਤੀ ਨੂੰ ਪਾਣੀ ਲਾਉਂਦਾ ਸ਼ਾਇਦ ਨਹੀਂ ਰੱਜਦੀ, ਪਰ ਜਦੋਂ ਆਕਾਸ਼ ਦੇ ਵਿੱਚੋਂ ਉਹ ਮੀਂਹ ਪੈਂਦਾ, ਉਹ ਗੂੜੀ ਸ਼ਹਿਬਰ ਆ ਕਰਕੇ ਲੱਗਦੀ ਹੈ ਤਾਂ ਇਹ ਧਰਤੀ ਜਿਹੜੀ ਫਿਰ ਤ੍ਰਿਪਤ ਹੁੰਦੀ, ਫਿਰ ਰੱਜ ਜਾਂਦੀ ਹੈ। ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਹੋਏ ਪਤੀਣੀ, ਤੇ ਪਤੀਨੀ ਭਾਵ ਪਤੀਜਨਾ, ਜਦੋਂ ਨਿਮਾਣੀ ਹੋ ਕੇ ਰਹੀ ਇਹ ਧਰਤੀ, ਇਸ ਨਿਮਾਣੀ ਨੂੰ ਇੰਨਾ ਵੱਡਾ ਜਿਹੜਾ ਸੀ ਉਹ ਮਾਣ ਮਿਲ ਗਿਆ ਹੈ ਕਿ ਈਸ਼ਵਰ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਇਹਦੇ ਵਾਸਤੇ ਉਹ ਅੰਮ੍ਰਿਤ ਰੂਪੀ ਮੀਂਹ ਦਾ ਪਿਆਲਾ ਜਿਹੜਾ ਉਹ ਭੇਜਿਆ। ਹੋਰ ਕੋਈ ਸਾਡੇ ਵਾਸਤੇ ਤੇ ਨਹੀਂ ਸੀ ਉਹਨੇ ਪਾਇਆ। ਧਰਤੀ ਜਦੋਂ ਮੀਂਹ ਪ੍ਰਾਪਤ ਹੁੰਦਾ, ਰੱਜਦੀ ਹੈ, ਤ੍ਰਿਪਤ ਹੁੰਦੀ, ਹਰਿਆਵਲ ਆਉਂਦੀ ਹੈ, ਧਰਤੀ ਸੋਹਣੀ ਕੁਦਰਤ ਨੂੰ ਜਨਮ ਦਿੰਦੀ ਹੈ। ਸੋ ਇਸ ਤਰ੍ਹਾਂ ਨਿਮਾਣੀ ਹੈ ਤਾਂ ਭਾਈ ਸਾਹਿਬ ਜੀ ਕਹਿੰਦੇ ਇਸ ਨਿਮਾਣੀ ਨੂੰ ਫਿਰ ਮਾਣ ਮਿਲ ਜਾਂਦਾ ਹੈ ਜਦੋਂ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਇਹਨੂੰ ਇਹ ਪਿਆਲਾ ਦੇ ਕੇ ਪਤੀਜਦਾ ਹੈ, ਭਾਵ ਇਹਨੂੰ ਭਰ ਦਿੰਦਾ ਹੈ, ਇਹ ਤ੍ਰਿਪਤ ਹੋ ਜਾਂਦੀ ਹੈ। ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ, ਤੇ ਜੋ ਵੀ ਕੋਈ ਇਸ ਧਰਤੀ ਦੇ ਵਿੱਚ ਜੋ ਵੀ ਬੀਜ ਬੀਜਦਾ ਹੈ ਸੋ ਲੁਣੈ, ਉਹੀ ਉਹਨੂੰ ਬਦਲੇ ਦੇ ਵਿੱਚ ਦਿੰਦੀ ਹੈ, ਉਹੀ ਉਹਨੂੰ ਪ੍ਰਾਪਤ ਹੁੰਦਾ, ਉਹੀ ਕੁਝ ਉਹ ਵੱਢਦਾ ਹੈ। ਝੋਨਾ ਬੀਜਿਆ ਉਹ ਝੋਨਾ ਹੀ ਵੱਢੇਗਾ, ਕਣਕ ਬੀਜੀ ਹੈ ਉਹਨੇ ਕਣਕ ਵੱਢਣੀ ਹੈ। ਜਿੰਨੇ ਜੋ ਵੀ ਇਸ ਧਰਤੀ ਵਿੱਚ ਕਿਸੇ ਨੇ ਮੱਕੀ ਬੀਜੀ, ਕਿਸੇ ਨੇ ਸਬਜ਼ੀ ਬੀਜੀ, ਜੋ ਵੀ ਕਿਸੇ ਨੇ ਬੀਜਿਆ ਉਹਨੇ ਉਹੀ ਵੱਢਣਾ, ਸੋ ਪ੍ਰਾਪਤ ਕਰਨਾ ਹੈ। ਤੇ ਸਭ ਰਸ ਕਸ ਬਹੁ ਰੰਗ ਰੰਗੀਣੀ, ਸਾਰੇ ਰਸਾਂ ਕਸਾਂ ਦੇ ਅੰਦਰ ਸਮਾਈ ਹੈ, ਸਾਰੇ ਰਸ ਕਸ ਇਹਦੇ ਵਿੱਚ ਸਮਾਏ। ਹੁਣ ਇੱਕ ਫੁੱਲ ਪੈਦਾ ਹੁੰਦਾ ਹੈ, ਗੁਲਾਬ ਦਾ ਫੁੱਲ ਕਹਿ ਦਈਏ, ਹੋਰ ਜਿੰਨੇ ਵੀ ਫੁੱਲ ਹੈ ਉਹਨਾਂ ਦੇ ਵਿੱਚ ਕਿੰਨੇ ਸੋਹਣੇ ਭਾਂਤ ਭਾਂਤ ਦੇ ਰੰਗ ਨੇ। ਉਹ ਰੰਗ ਉਹਨੇ ਕਿੱਥੋਂ ਪ੍ਰਾਪਤ ਕੀਤੇ ਨੇ? ਧਰਤੀ 'ਚੋਂ ਉੱਗਿਆ, ਇਸ ਕਰਕੇ ਉਹਨੂੰ ਧਰਤੀ 'ਚੋਂ ਰੰਗ ਮਿਲੇ ਨੇ। ਹੁਣ ਇੱਕ ਫਲਦਾਰ ਰੁੱਖ ਹੈ, ਉਹਦੇ ਫਲਾਂ 'ਚ ਰਸ ਕਿੱਥੋਂ ਭਰਦਾ ਪਿਆ? ਸੋ ਉਹ ਰਸ ਧਰਤੀ ਦੇ ਵਿੱਚੋਂ ਲੈ ਰਿਹਾ ਹੈ। ਕੋਈ ਵੀ ਚੀਜ਼ ਹੈ, ਹਰ ਇੱਕ ਚੀਜ਼ ਆਪਣਾ ਰਸ ਜਿਹੜਾ ਉਹ ਧਰਤੀ 'ਚੋਂ ਲੈ ਰਹੀ, ਰੰਗ ਧਰਤੀ 'ਚੋਂ ਪ੍ਰਾਪਤ ਹੋ ਰਿਹਾ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਸਾਰਿਆਂ ਰਸਾਂ ਕਸਾਂ ਦੇ ਸਹਿਤ ਤੇ ਬਹੁਤ ਰੰਗਾਂ ਦੇ ਨਾਲ ਰੰਗੀ ਹੋਈ ਹੈ ਇਹ ਧਰਤੀ ਜਿਹੜੀ ਹੈ। ਗੁਰਮੁਖ ਸੁਖ ਫਲ ਹੈ ਮਸਕੀਣੀ, ਤੇ ਇਸ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੂੰ ਸੁਖ ਫਲ, ਉਹਨਾਂ ਨੂੰ ਬੜਾ ਮਹਾਨ ਸੁੱਖਾਂ ਦਾ ਫਲ ਮਿਲਦਾ ਹੈ। ਕਦੋਂ? ਜਦੋਂ ਹੋਏ ਮਸਕੀਣੀ, ਮਸਕੀਣੀ ਭਾਵ ਗੁਰਮੁਖ ਹਿਰਦੈ ਗਰੀਬੀ ਆਵੇ, ਜਦੋਂ ਗੁਰਮੁਖ ਦੇ ਹਿਰਦੇ ਵਿੱਚ ਗਰੀਬੀ ਆਉਂਦੀ ਹੈ। ਭਾਵ ਇਸ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਇਹ ਸਮਝਾਇਆ ਕਿ ਧਰਤੀ ਨਿਮਾਣੀ ਹੈ, ਨਿਮਰਤਾ ਰੱਖਦੀ ਹੈ। ਜਦੋਂ ਇਸ ਧਰਤੀ ਨੂੰ ਸਾਧੂਆਂ, ਪੀਰਾਂ, ਫਕੀਰਾਂ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੁੰਦੀ ਹੈ, ਫਿਰ ਆਕਾਸ਼ ਤੋਂ ਮੀਂਹ ਵਰਦੇ ਨੇ, ਇਹ ਪਵਿੱਤਰ ਹੋ ਜਾਂਦੀ ਉਹਨਾਂ ਦੀ ਚਰਨ ਛੋਹ ਲੈ ਕਰਕੇ ਧਰਤੀ ਜਿਹੜੀ ਫਿਰ ਉਸ ਮੀਂਹ ਨਾਲ ਤ੍ਰਿਪਤ ਹੋ ਜਾਂਦੀ। ਭਾਵ ਇਹ ਹੈ ਕਿ ਇਸ ਧਰਤੀ ਦੀ ਤਰ੍ਹਾਂ ਜਿਹੜਾ ਗੁਰਸਿੱਖ ਹੈ, ਗੁਰਮੁਖ ਹੈ, ਉਹ ਨਿਮਾਣਾ ਭਾਣ ਧਾਰਨ ਕਰੇ ਤੇ ਪਰਉਪਕਾਰੀ ਹੋਵੇ। ਤੇ ਇਸ ਤਰ੍ਹਾਂ ਜਿਵੇਂ ਧਰਤੀ ਨੂੰ ਪਰਮੇਸ਼ਰ ਦੇ ਘਰੋਂ ਨਿਮਾਣੀ ਨੂੰ ਮਾਣ ਮਿਲਦਾ, ਇਸ ਤਰ੍ਹਾਂ ਗੁਰਮੁਖਾਂ ਨੂੰ, ਸਤਿਪੁਰਖਾਂ ਨੂੰ, ਕਮਾਈ ਵਾਲਿਆਂ ਨੂੰ, ਨਿਮਾਣਿਆਂ ਨੂੰ ਗੁਰੂ ਦੇ ਘਰੋਂ, ਗੁਰੂ ਕੀ ਦਰਗਾਹੋਂ ਮਾਣ ਮਿਲਦਾ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਘਾਲਣਾ ਗੁਰੂ ਅੰਗਦ ਦੇਵ ਮਹਾਰਾਜ ਨੇ ਥਾਂ ਪਾਈ ਤੇ ਸ਼ਬਦ ਇਹ ਕਿਹਾ ਸੀ, ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਗੁਰੂ ਅਮਰਦਾਸ। ਸੋ ਇਸ ਤਰ੍ਹਾਂ 12 ਅਸੀਸਾਂ ਦੇ ਕਰਕੇ ਨਿਵਾਜਿਆ। ਸੋ ਅੱਗੇ ਹੁਣ ਚਰਨਾਂ ਦਾ ਦ੍ਰਿਸ਼ਟਾਂਤ ਦੇ ਕੇ ਭਾਈ ਸਾਹਿਬ ਸਮਝਾਉਂਦੇ, ਮਾਨਸ ਦੇਹ ਸੁਖੇਹ ਹੈ ਤਿਸ ਵਿੱਚ ਜੀਭੈ ਲਈ ਨਕੀਬੀ। ਇਹ ਮਨੁੱਖਾ ਦੇ ਜਿਹੜੀ ਇਹ ਖੇਹ ਹੈ, ਇਹ ਮਿੱਟੀ ਹੈ। ਮਿੱਟੀ ਤੋਂ ਵੱਧ ਕੇ ਇਹਦੀ ਹਸਤੀ ਜਿਹੜੀ, ਇਹਦੀ ਹੋਂਦ ਜਿਹੜੀ ਉਹ ਕੁਛ ਵੀ ਨਹੀਂ ਹੈ। ਇਹ ਮਨੁੱਖਾ ਦੇ ਇੱਕ ਮਿੱਟੀ ਹੈ, ਮਿੱਟੀ ਦੀ ਨਿਆਈ ਹੈ, ਪ੍ਰਤੱਖ ਮਿੱਟੀ ਹੈ। ਤੇ ਇਸ ਦੇ ਵਿੱਚ ਜੀਭੈ ਲਈ ਨਕੀਬੀ, ਇੱਕ ਨੌਕਰ ਹੈ ਇਹ ਜ਼ੁਬਾਨ ਜਿਹੜੀ ਹੈ। ਪਰ ਨੌਕਰ ਕਿਸ ਤਰ੍ਹਾਂ ਦੀ ਹੈ? ਕਿਉਂਕਿ ਰਾਜੇ ਦੇ ਦਰਬਾਰ ਦੇ ਦਰਵਾਜ਼ੇ ਦੇ ਉੱਤੇ ਇੱਕ ਨੌਕਰ ਖੜਾ ਹੁੰਦਾ, ਨਕੀਬ ਕਹਿੰਦੇ ਨੇ ਉਹਨੂੰ। ਬਾਕੀ ਵੀ ਸਾਰੇ ਨੌਕਰ ਹੁੰਦੇ ਨੇ ਪਰ ਉਹਨੂੰ ਨਕੀਬ ਕਹਿੰਦੇ। ਉਹਦਾ ਕਾਰਨ ਇਹ ਹੈ,
ਉਹ ਜਿਹੜੀ ਅੰਦਰ ਆਵਾਜ਼, ਜਿਹੜੀ ਅੰਦਰ ਗੱਲਬਾਤ ਹੋ ਰਹੀ ਹੈ, ਉਹਨੂੰ ਬਾਹਰ ਦੱਸਦਾ। ਜਿਵੇਂ ਅੱਜ ਕਹਿ ਲਈਏ ਆਪਾਂ, ਕਿਸੇ ਨੇਤਾ ਦੇ, ਕਿਸੇ ਆਫਿਸਰ ਦੇ ਦਰਵਾਜ਼ੇ ਤੇ ਉਹਦਾ ਪੀਐਨ ਖੜਾ ਹੁੰਦਾ ਹੈ, ਉਹ ਅੰਦਰੋਂ ਜੋ ਆਵਾਜ਼ ਆਉਂਦੀ ਹੈ ਉਹ ਬਾਹਰ ਦੱਸਦਾ। ਜਿਵੇਂ ਆਪਾਂ ਕਹਿ ਦਈਏ ਕਿਸੇ ਡਾਕਟਰ ਦੇ ਬਾਹਰ ਵੀ ਬੈਠਾ ਹੁੰਦਾ, ਅੰਦਰੋਂ ਡਾਕਟਰ ਜਦੋਂ ਅਗਲੇ ਪੇਸ਼ੈਂਟ ਨੂੰ ਆਵਾਜ਼ ਮਾਰਦਾ, ਉਹ ਦਰਵਾਜ਼ੇ ਤੇ ਬੈਠਾ ਅੰਦਰਲੀ ਆਵਾਜ਼ ਨੂੰ ਬਾਹਰ ਪ੍ਰਗਟ ਕਰਕੇ ਦੱਸਦਾ ਵੀ ਫਲਾਣੇ ਨੂੰ ਆਵਾਜ਼ ਵੱਜੀ। ਆਫਿਸਰ, ਨੇਤਾ ਅੰਦਰੋਂ ਕਿਸੇ ਨੂੰ ਆਵਾਜ਼ ਮਾਰੇ, ਉਹ ਫਿਰ ਬਾਹਰ ਪ੍ਰਗਟ ਕਰਕੇ ਦੱਸਦਾ ਹੈ ਕਿ ਅੰਦਰੋਂ ਆਹ ਆਵਾਜ਼ ਆਈ ਹੈ। ਸੋ ਇਸ ਤਰ੍ਹਾਂ ਨਕੀਬ ਲੋਕ ਜਿਹੜੇ ਸਨ, ਉਹ ਵੀ ਰਾਜੇ ਦੇ ਦਰਵਾਜ਼ੇ ਤੇ ਖੜ੍ਹਦੇ ਸੀ, ਉਹਦੀ ਸਭਾ ਦੇ ਬਿਲਕੁਲ ਬਾਹਰ। ਜੋ ਰਾਜਾ ਅੰਦਰੋਂ ਹੁਕਮ ਕਰਦਾ ਸੀ, ਬਾਹਰੋਂ ਫਲਾਣੇ ਸਿਪਾਹੀ ਨੂੰ ਭੇਜੋ, ਉਸ ਵਜ਼ੀਰ ਨੂੰ ਭੇਜੋ, ਫਲਾਣੀ ਚੀਜ਼ ਮੰਗਾਓ, ਤਾਂ ਉਹ ਉਹੀ ਆਦੇਸ਼, ਹੁਕਮ ਜਿਹੜਾ ਬਾਹਰ ਸੁਣਾਉਂਦਾ ਸੀ। ਸੋ ਇਸ ਤਰ੍ਹਾਂ ਇਹ ਮਨੁੱਖਾ ਦੇਹ ਜਿਹੜੀ ਹੈ ਖੇ ਰੂਪ ਹੈ, ਪਰ ਇਹਦੇ ਵਿੱਚ ਆ ਜਿਹੜਾ ਜ਼ੁਬਾਨ ਰੂਪੀ ਇੰਦਰਾ ਹੈ, ਇਹਨੇ ਨਕੀਬੀ ਲਈ ਹੈ, ਇਹਨੇ ਉਹ ਜਿਹੜੀ ਪਦਵੀ ਉਹ ਨੌਕਰ ਵਾਲੀ ਹਾਸਲ ਕੀਤੀ ਹੈ। ਅੱਖੀਂ ਦੇਖਣ ਰੂਪ ਰੰਗ, ਰਾਗ ਨਾਦ ਕੰਨ ਕਰਨ ਰਕੀਬੀ। ਤੇ ਇਹ ਜਿਹੜੇ ਕੰਨ ਨੇ ਰਕੀਬੀ, ਭਾਵ ਸਰਦਾਰੀ ਕਰਦੇ ਨੇ। ਕਾਹਦੀ ਸਰਦਾਰੀ? ਅੱਖੀਂ ਦੇਖਣ, ਅੱਖਾਂ ਵੇਖਦੀਆਂ ਨੇ। ਤੇ ਫਿਰ ਕੰਨ ਜਿਹੜੇ ਨੇ ਇਹ ਰਾਗ ਨਾਦ, ਇਹ ਕੰਨ ਜਿਹੜੇ ਰਾਗ ਤੇ ਨਾਦ ਨੂੰ, ਸੰਗੀਤ ਨੂੰ, ਸੰਗੀਤ ਦੇ ਵਿੱਚ ਕਿਹੜਾ ਰਾਗ ਚੱਲ ਰਿਹਾ ਹੈ, ਸ਼ਬਦ ਗਾਇਆ ਜਾ ਰਿਹਾ, ਕਿਹੜਾ ਰਾਗ ਚੱਲਦਾ ਹੈ, ਇਹ ਕੰਨ ਸੁਣਦੇ ਨੇ। ਅੱਖਾਂ ਵੇਖਦੀਆਂ ਨੇ ਕੀ? ਰੂਪ ਤੇ ਰੰਗ। ਹੁਣ ਦੇਖੋ, ਅੱਖਾਂ ਨੇ ਦੇਖਿਆ ਇਹ ਹਰਾ ਰੰਗ ਹੈ, ਪਰ ਅੱਖਾਂ ਬੋਲ ਕੇ ਤੇ ਨਹੀਂ ਦੱਸਣਗੀਆਂ। ਅੱਖਾਂ ਨੇ ਜੋ ਦੇਖਿਆ, ਸਰੀਰ ਦੇ ਅੰਦਰ ਉਹਨਾਂ ਨੇ ਸੰਦੇਸ਼ ਪਹੁੰਚਾ ਦਿੱਤਾ ਇਸ ਦਿਮਾਗ ਤੱਕ, ਪਰ ਬੋਲ ਕੇ ਜ਼ੁਬਾਨ ਦੱਸਦੀ ਹੈ। ਅੱਖਾਂ ਨੇ ਸਰੀਰ ਦੇ ਅੰਦਰ ਦਿਮਾਗ ਨੂੰ ਸੰਕੇਤ ਦੇ ਦਿੱਤਾ, ਅਸੀਂ ਨੀਲਾ ਰੰਗ ਵੇਖਿਆ, ਅਸੀਂ ਹਰਾ ਰੰਗ ਵੇਖਿਆ, ਅਸੀਂ ਕਾਲਾ ਰੰਗ ਵੇਖਿਆ, ਅਸੀਂ ਫਲਾਣੇ ਬੰਦੇ ਨੂੰ ਵੇਖਿਆ, ਫਲਾਣੀ ਚੀਜ਼ ਨੂੰ ਵੇਖਿਆ, ਪਰ ਅੱਖਾਂ ਕਦੀ ਬੋਲ ਕੇ ਤੇ ਨਹੀਂ ਦੱਸਣਗੀਆਂ। ਜੋ ਫਿਰ ਸਰੀਰ ਦੇ ਅੰਦਰ ਹੁਕਮ ਪਹੁੰਚਦਾ ਹੈ, ਉਸ ਅੰਦਰੋਂ ਆਈ ਹੋਈ ਆਵਾਜ਼ ਨੂੰ, ਅੰਦਰਲੇ ਹੁਕਮ ਨੂੰ ਫਿਰ ਜ਼ੁਬਾਨ ਬੋਲ ਕੇ ਦੱਸਦੀ ਹੈ ਵੀ ਹਾਂ, ਅਸੀਂ ਅੱਜ ਨੀਲਾ ਰੰਗ ਵੇਖਿਆ, ਅਸੀਂ ਅੱਜ ਫਲਾਣਾ ਸ਼ਹਿਰ ਘੁੰਮਿਆ, ਅੱਜ ਫਲਾਣੇ ਬੰਦੇ ਨੂੰ ਵੇਖਿਆ, ਅੱਜ ਫਲਾਣੀ ਚੀਜ਼ ਵੇਖੀ, ਅੱਜ ਪਹਾੜ ਵੇਖੇ, ਅੱਜ ਨਦੀਆਂ ਵੇਖੀਆਂ, ਅੱਜ ਮੈਂ ਫਲਾਣਾ ਕੰਮ ਹੁੰਦਾ ਵੇਖਿਆ। ਫਿਰ ਕੰਨ ਜਿਹੜੇ ਨੇ ਇਹ ਸੁਣਦੇ ਨੇ, ਪਰ ਕੰਨ ਸੁਣਨ ਤੋਂ ਬਾਅਦ ਦੱਸਦੇ ਤੇ ਨਹੀਂ ਕਦੀ ਅਸੀਂ ਕੀ ਸੁਣਿਆ। ਆਪਾਂ ਆ ਕੇ ਕਹਿੰਦੇ ਆ, ਮੈਂ ਫਲਾਣੇ ਤੋਂ ਇੱਕ ਗੱਲ ਸੁਣ ਕੇ ਆਇਆ, ਪਰ ਹੁਣ ਜਦੋਂ ਉਸ ਗੱਲ ਨੂੰ ਦੱਸਣਾ, ਅਗਲਾ ਕਹਿੰਦਾ ਕੀ ਸੁਣਿਆ? ਜ਼ੁਬਾਨ ਬੋਲ ਕੇ ਦੱਸਦੀ, ਫਿਰ ਮੈਂ ਆ ਸੁਣਿਆ। ਕੰਨ ਤੇ ਕਦੀ ਵੀ ਬੋਲ ਕੇ ਨਹੀਂ ਦੱਸਣਗੇ। ਸੋ ਕੰਨਾਂ ਨੇ ਵੀ ਸੁਣ ਕੇ ਸਿਰਫ ਅੰਦਰ ਨੂੰ ਸੰਕੇਤ ਦੇ ਦਿੱਤਾ, ਫਲਾਣੀ ਗੱਲ ਚੱਲਦੀ, ਫਲਾਣਾ ਸ਼ਬਦ ਚੱਲਦਾ ਹੈ, ਫਲਾਣਾ ਰਾਗ ਚੱਲਦਾ ਹੈ, ਪਰ ਅੰਦਰੋਂ ਫਿਰ ਜਿਹੜਾ ਹੁਕਮ ਹੈ ਉਹਨੂੰ ਕੰਨ ਬਾਹਰ ਨਹੀਂ ਕੱਢ ਸਕਦੇ ਵੀ ਅਸੀਂ ਅੱਜ ਆਹ ਰਾਗ ਸੁਣਿਆ, ਸ਼ਬਦ ਸੁਣਿਆ, ਆਹ ਗੱਲ ਸੁਣੀ। ਇਹ ਜੀਭ ਜਿਹੜੀ ਹੈ ਤਾਂ ਨਕੀਬੀ ਹੈ, ਕਿਉਂਕਿ ਇਹ ਅੰਦਰਲੇ ਹੁਕਮ ਨੂੰ, ਅੰਦਰਲੀ ਆਵਾਜ਼ ਨੂੰ ਬਾਹਰ ਪ੍ਰਗਟ ਕਰਦੀ। ਫਿਰ ਆਪਾਂ ਕਹਿੰਦੇ ਅੱਜ ਫਲਾਣਾ ਸ਼ਬਦ ਸੁਣਿਆ, ਨੌਜਵਾਨ ਬੱਚੇ ਕਹਿੰਦੇ ਅੱਜ ਅਸੀਂ ਫਲਾਣਾ ਗੀਤ ਸੁਣਿਆ, ਫਲਾਣਾ ਸਿੰਗਰ ਸੁਣਿਆ, ਫਲਾਣੀ ਫਿਲਮ ਦੇਖੀ, ਆਹ ਡਾਇਲੋਗ ਸੁਣਿਆ। ਸੋ ਭਾਵ ਕਹਿਣ ਦਾ ਸਿਰਫ ਇਹ ਹੈ, ਜੋ ਕੁਝ ਵੀ ਅਸੀਂ ਸੁਣਦੇ ਹਾਂ, ਇਹ ਨਕੀਬੀ, ਇਹ ਜ਼ੁਬਾਨ ਜਿਹੜੀ ਉਹਨੂੰ ਬਾਹਰ ਪ੍ਰਗਟ ਕਰਦੀ ਹੈ। ਨੱਕ ਸੁਵਾਸ ਨਿਵਾਸ ਹੈ, ਪੰਜੇ ਦੂਤ ਬੁਰੀ ਤਰਤੀਬੀ। ਫਿਰ ਇਹ ਨਾਸਿਕਾ ਜਿਹੜੀ ਸੁਵਾਸ, ਸ੍ਰੇਸ਼ਟ ਵਾਸਨਾ ਵੀ ਲੈਂਦੀ ਹੈ, ਤੇ ਨਿਵਾਸ ਹੈ ਜਿਸ ਦੇ ਵਿੱਚ ਸ੍ਰੇਸ਼ਟ ਵਾਸਨਾ ਦਾ ਵਾਸ ਹੈ। ਭਾਵ ਇਹ ਜਿਹੜੀ ਨਾਸਿਕਾ ਹੈ, ਇਹ ਸਾਰੇ ਪਾਸੇ ਵਾਸਨਾ ਦਾ ਧਿਆਨ ਕਰਦੀ ਹੈ। ਪਰ ਹੁਣ ਨਾਸਿਕਾ ਦੇ ਨਾਲ ਦੁਰਗੰਧੀ ਨੂੰ ਸੁੰਘਿਆ, ਸੁਗੰਧੀ ਨੂੰ ਸੁੰਘਿਆ, ਪਰ ਨਾਸਿਕਾ ਬੋਲ ਕੇ ਤੇ ਨਹੀਂ ਦੱਸੇਗੀ। ਕੋਈ ਮਾੜੀ ਦੁਰਗੰਧੀ ਆਉਂਦੀ ਹੋਵੇ, ਆਪਾਂ ਉਸੇ ਵੇਲੇ ਕਹਿੰਦੇ ਕੋਈ ਸਮੈਲ ਆ ਰਹੀ ਹੈ, ਮਾੜੀ ਸਮੈਲ ਆ ਰਹੀ ਹੈ, ਕੁਛ ਸੜਿਆ ਹੈ, ਕੁਛ ਜਲਦਾ ਪਿਆ ਹੈ, ਕੋਈ ਗੰਦਗੀ ਪਈ ਹੈ ਕਿਸੇ ਜਗ੍ਹਾ ਤੇ, ਕੋਈ ਕੂੜਾ, ਕੋਈ ਚੀਜ਼ ਖਰਾਬ ਹੋਈ ਪਈ ਹੈ। ਨੱਕ ਤੇ ਨਹੀਂ ਬੋਲ ਕੇ ਦੱਸੂ, ਉਹਨੇ ਤੇ ਸਿਰਫ ਸੁੰਘ ਕੇ, ਨਾਸਿਕਾ ਨੇ ਅੰਦਰ ਨੂੰ ਦੱਸ ਦਿੱਤਾ। ਜੇ ਕਿਸੇ ਬਾਗ ਦੇ ਵਿੱਚ ਗਏ ਆਪਾਂ, ਇੱਕਦਮ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ, ਕੋਈ ਅਤਰ ਫਲੇਲ ਲਗਾਇਆ, ਕੋਈ ਪਰਫਿਊਮ, ਕੋਈ ਸੈਂਟ ਲਾਇਆ ਕਿਸੇ ਨੇ, ਆਪਾਂ ਕਹਿੰਦੇ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਤੇਰੇ ਕੋਲੋਂ। ਬੋਲ ਕੇ ਤੇ ਜ਼ੁਬਾਨ ਨੇ ਦੱਸਿਆ ਨਾ, ਤੇ ਉਹ ਵੀ ਬੋਲ ਕੇ ਦੱਸਦਾ ਮੈਂ ਫਲਾਣਾ ਸੈਂਟ ਲਾਇਆ, ਫਲਾਣਾ ਅਤਰ ਲਾਇਆ, ਫਲਾਣਾ ਫੁੱਲ ਜਿਹੜਾ ਸੀ ਉਹ ਮੈਂ ਆਪਣੇ ਕੋਲ ਰੱਖਿਆ ਹੈ, ਜਾਂ ਚੀਜ਼ ਲਾਈ। ਸੋ ਇਸ ਤਰ੍ਹਾਂ ਨਾਸਿਕਾ ਜਿਹੜੀ ਹੈ ਇਹ ਵੀ ਬੋਲ ਕੇ ਨਹੀਂ ਦੱਸਦੀ। ਸੋ ਭਾਈ ਸਾਹਿਬ ਜੀ ਇੱਥੇ ਕਹਿੰਦੇ ਪੰਜੇ ਦੂਤ ਬੁਰੀ ਤਰਤੀਬੀ, ਭਾਵ ਇਹ ਪੰਜੇ ਜਿਹੜੇ ਹਨ, ਕੰਨ ਜਿਹੜਾ ਉਹ ਸ਼ਬਦ ਨੂੰ ਦੱਸਦਾ ਹੈ, ਤਵਚਾ ਜਿਹੜੀ ਹੈ ਉਹ ਸਪਰਸ਼ ਨੂੰ ਦੱਸਦੀ ਹੈ, ਰੂਪ ਜਿਹੜੇ ਨੇ ਉਹ ਨੇਤਰ ਨੂੰ, ਮਾਫ ਕਰਨਾ, ਨੇਤਰ ਜਿਹੜੇ ਨੇ ਉਹ ਰੂਪ ਨੂੰ, ਸੰਸਾਰ ਦੇ ਰੂਪ ਰੰਗ ਨੂੰ ਦੇਖ ਕੇ ਦੱਸਦੇ ਹਨ।
ਜ਼ੁਬਾਨ ਜਿਹੜੀ ਹੈ ਇਹ ਰਸ ਨੂੰ ਦੱਸਦੀ ਹੈ, ਨਾਸਿਕਾ ਜਿਹੜੀ ਹੈ ਇਹ ਗੰਧ ਨੂੰ ਦੱਸਦੀ ਹੈ। ਸੋ ਭਾਵ ਇਹਨਾਂ ਨੂੰ ਬੁਰੇ ਤਾਂ ਕਿਹਾ ਇੱਥੇ ਭਾਈ ਸਾਹਿਬ ਨੇ, ਪੰਜੇ ਦੂਤ ਬੁਰੀ ਤਰਤੀਬੀ। ਇਹਨਾਂ ਦੀ ਤਰਤੀਬ ਇਸ ਕਰਕੇ ਬੁਰੀ ਹੈ ਕਿਉਂਕਿ ਇਹ ਜ਼ਿਆਦਾਤਰ ਮਾੜੀ ਸਲਾਹ ਦਿੰਦੇ ਨੇ। ਸੋ ਇਸ ਤਰ੍ਹਾਂ ਇਹਨਾਂ ਦਾ ਕ੍ਰਮ, ਇਹਨਾਂ ਦਾ ਸਲਾਹ ਜਿਹੜੀ ਹੈ ਉਹ ਕਈ ਦਫਾ ਭੈੜੀਆਂ ਹਨ। ਕੰਨ ਜਿਹੜੇ ਨੇ ਉਹ ਵੀ ਭੈੜਾ ਸੁਣਦੇ ਪਏ ਨੇ, ਅੱਖਾਂ ਮਾੜਾ ਦੇਖਦੀਆਂ ਪਈਆਂ ਨੇ। ਪਰ ਅੱਗੇ ਇੱਕ ਉਦਾਹਰਣ ਦੇ ਕੇ ਭਾਈ ਸਾਹਿਬ ਕਹਿੰਦੇ, ਸਭ ਦੂ ਨੀਵੇਂ ਚਰਨ ਹੋਏ, ਆਪ ਗਵਾਏ ਨਸੀਬ ਨਸੀਬੀ। ਪਰ ਹੁਣ ਚਰਨਾਂ ਵੱਲ ਇਸ਼ਾਰਾ ਕਰਕੇ ਕਹਿੰਦੇ, ਕਿਉਂਕਿ ਅੱਖਾਂ ਵੀ ਸਰੀਰ 'ਚ ਉੱਚੀਆਂ ਲੱਗੀਆਂ, ਕੰਨ ਵੀ ਉੱਚੇ ਲੱਗੇ ਨੇ, ਨਾਸਿਕਾ ਵੀ ਉੱਚੀ ਹੈ, ਜ਼ੁਬਾਨ ਵੀ ਉੱਚੀ ਲੱਗੀ ਹੈ, ਪਰ ਚਰਨ ਸਾਰਿਆਂ ਤੋਂ ਨੀਵੇਂ ਨੇ। ਹੁਣ ਆ ਜਿਹੜੇ ਇਹਨਾਂ ਨੂੰ ਭੈੜੇ ਤਾਂ ਕਿਹਾ ਕਿਉਂਕਿ ਜਿੰਨੇ ਉੱਚੇ ਨੇ ਉਹਨਾਂ ਮਾੜਾ ਵੇਂਦੇ ਪਏ ਨੇ, ਅੱਖਾਂ ਜਿੰਨੀਆਂ ਉੱਚੀਆਂ ਨੇ ਉਹਨਾਂ ਮਾੜਾ ਤੱਕਦੀਆਂ ਨੇ, ਕੰਨ ਜਿੰਨੇ ਉੱਚੇ ਨੇ ਉਹਨਾਂ ਮਾੜਾ ਸੁਣਦੇ, ਜ਼ੁਬਾਨ ਜਿੰਨੀ ਭਲੀ ਹੋਣੀ ਚਾਹੀਦੀ ਸੀ। ਅਸਲ ਦੇ ਵਿੱਚ ਸੰਸਾਰ ਦੇ ਵਿੱਚ ਨਾ ਜਿੰਨੇ ਵੀ ਪੁਆੜੇ ਪਏ ਹੋਏ ਨੇ, ਸੱਚਾਈ ਤੇ ਇਹ ਜ਼ੁਬਾਨ ਦੇ ਨੇ। ਵੱਡੀਆਂ ਵੱਡੀਆਂ ਲੜਾਈਆਂ ਜ਼ੁਬਾਨ ਦੀਆਂ ਪਈਆਂ ਨੇ। ਜੇ ਅਸੀਂ ਮਹਾਭਾਰਤ ਦਾ ਯੁੱਧ ਵੀ ਦੇਖਦੇ ਹਾਂ ਤੇ ਉਹ ਵੀ ਇੱਕ ਜ਼ੁਬਾਨ ਦਾ, ਜਦੋਂ ਉਹਨੇ ਕਹਿ ਦਿੱਤਾ ਸੀ ਦ੍ਰੋਪਦੀ ਨੇ ਅੰਨੇ ਦਾ ਅੰਨਾ, ਉਹਦੀ ਜ਼ੁਬਾਨ ਦੇ ਬੋਲ ਸੀ, ਬਸ ਉਹਨਾਂ ਬੋਲਾਂ ਦੇ ਨਾਲ ਲੜਾਈ ਹੋ ਗਈ। ਲੜਾਈਆਂ ਹੁੰਦੀਆਂ ਵੀ ਜ਼ੁਬਾਨ ਕਰਕੇ, ਇਹਨੇ ਮੈਨੂੰ ਆਹ ਗੱਲ ਕਹੀ, ਲੜਾਈ ਸ਼ੁਰੂ ਹੋ ਗਈ। ਫਿਰ ਜਦੋਂ ਫੈਸਲੇ ਕਰਾਏ ਜਾਂਦੇ ਨੇ ਉਦੋਂ ਵੀ ਜ਼ੁਬਾਨ ਨਾਲ ਹੀ ਕਰਾਏ ਜਾਂਦੇ ਨੇ। ਕਦੀ ਫੈਸਲੇ ਜਿਹੜੇ ਨੇ ਉਹ ਕੰਨਾਂ ਨਾਲ ਤੇ ਨਹੀਂ ਹੁੰਦੇ, ਅੱਖਾਂ ਨਾਲ ਤੇ ਨਹੀਂ, ਜ਼ੁਬਾਨ ਨਾਲ ਉਹ ਕਹਿੰਦਾ ਠੀਕ ਹੈ ਭਾਈ ਤੂੰ ਮੇਰੀਆਂ ਗਲਤੀਆਂ ਮਾफ़ ਕਰ ਦੇ, ਮੈਂ ਤੇਰੀਆਂ ਮਾफ़ ਕਰ ਦੇਵਾਂ। ਇਹ ਗੱਲ ਹੁਣ ਜ਼ੁਬਾਨ ਨਾਲ ਬੋਲੀ ਜਾਂਦੀ ਹੈ। ਅਦਾਲਤਾਂ ਦੇ ਵਿੱਚ ਸਾਰੇ ਫੈਸਲੇ ਜ਼ੁਬਾਨ ਦੇ ਦੁਆਰਾ ਹੁੰਦੇ ਨੇ। ਜ਼ੁਬਾਨ ਦੇ ਨਾਲ ਮੁਜਰਮ ਬੋਲ ਕੇ ਦੱਸਦਾ, ਜ਼ੁਬਾਨ ਨਾਲ ਵਕੀਲ ਬੋਲ ਰਿਹਾ, ਜ਼ੁਬਾਨ ਦੇ ਨਾਲ ਹੀ ਜਿਹੜਾ ਉਹ ਜੱਜ ਫੈਸਲਾ ਸੁਣਾ ਰਿਹਾ। ਸੋ ਜ਼ੁਬਾਨ, ਇਹਦੇ ਜਿਹੜੇ ਬੋਲ ਨੇ, ਇਸ ਕਰਕੇ ਵਿਦਵਾਨਾਂ ਨੇ ਕਿਹਾ ਕਿ ਇਹ ਸ਼ਬਦ ਜਿਹੜੇ ਨੇ, ਸ਼ਬਦ ਸਮਹਾਰੇ ਬੋਲੀਐ, ਸ਼ਬਦ ਕੇ ਹੱਥ ਨਾ ਪਾਵ। ਸ਼ਬਦ ਦੇ ਕੋਈ ਪੈਰ ਹੱਥ ਨਹੀਂ ਹੁੰਦੇ, ਇਸ ਕਰਕੇ ਇਹਨਾਂ ਨੂੰ ਸੰਭਾਲ ਕੇ ਬੋਲੋ। ਇਹ ਜਦੋਂ ਜ਼ੁਬਾਨ ਤੋਂ ਮੂੰਹ 'ਚੋਂ ਨਿਕਲ ਗਏ ਇਹਨਾਂ ਦਾ ਕੋਈ ਪਤਾ ਨਹੀਂ ਤਿਲਕ ਜਾਣ। ਇਸ ਕਰਕੇ ਏਕ ਸ਼ਬਦ ਕਰੇ ਔਸ਼ਧੀ, ਏਕ ਸ਼ਬਦ ਕਰੇ ਘਾਵ। ਸੋ ਜ਼ੁਬਾਨ ਦੇ ਪਰਥਾਏ ਸਾਖੀਆਂ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਜਦੋਂ ਸੰਸਾਰ ਦੀਆਂ ਕਹਾਣੀਆਂ ਪੜ੍ਹਦੇ ਹਾਂ। ਕਹਿੰਦੇ ਇੱਕ ਦਫਾ ਕਿਸੇ ਦੇ ਪੁੱਤ ਦਾ ਸ਼ਗਨ ਲੱਗਾ, ਲੜਕਾ ਪਸੰਦ ਆ ਗਿਆ, ਲੜਕੀ ਵਾਲੇ ਜਿਹੜੇ ਸੀ ਉਹ ਸ਼ਗਨ ਲਾਉਣ ਆਏ। ਹੁਣ ਜਦੋਂ ਸ਼ਗਨ ਲਾਇਆ, ਆਂਢ ਗੁਆਂਢ ਨੂੰ ਸੱਦਿਆ ਗਿਆ। ਉਹਨਾਂ ਦੇ ਵਿੱਚੋਂ ਇੱਕ ਬੀਬੀ ਆਈ। ਉਹ ਜਦੋਂ ਆਈ ਤੇ ਉਹਨੇ, ਬਾਕੀ ਤੇ ਸਾਰੇ ਵਧਾਈਆਂ ਦੇ ਰਹੇ ਸੀ, ਚਲੋ ਚੰਗਾ ਹੋਇਆ, ਤੁਹਾਡੇ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ, ਹੁਣ ਤੁਹਾਡੇ ਘਰੇ ਨੂੰਹ ਆਏਗੀ, ਅੱਗੇ ਚੱਲ ਕੇ ਗੁਰੂ ਕਿਰਪਾ ਕਰੇ, ਪੁੱਤ ਜਨਮ ਲਵੇ, ਤੁਹਾਡੀ ਕੁੱਲ ਵਧੇ। ਸੋ ਆ ਸਾਰਾ ਕੁਝ ਖੁਸ਼ੀ ਦੇ ਸ਼ਬਦ, ਜਿਹੜੇ ਵਧਾਈ ਦੇ ਸ਼ਬਦ ਲੋਕ ਵਰਤ ਰਹੇ ਸੀ। ਹੁਣ ਇੱਕ ਇਸ ਤਰ੍ਹਾਂ ਦੀ ਬੀਬੀ ਆਈ, ਕਿਉਂਕਿ ਮਾफ़ ਕਰਿਓ ਕਈ ਵਾਰ ਨਾ ਇਹ ਜ਼ੁਬਾਨ ਹੀ ਹੁੰਦੀ ਹੈ। ਜਿਵੇਂ ਕਈ ਵਾਰ ਕੋਈ ਸਧਾਰਨ ਜਿਹਾ ਸ਼ਬਦ ਜਿਹੜਾ ਹੁੰਦਾ ਉਹਨੂੰ ਆਪਾਂ ਬੜੇ ਇਸ ਤਰੀਕੇ ਦੇ ਨਾਲ ਕਹਿ ਦਿੰਦੇ ਹਾਂ ਕਿ ਉਹ ਸਾਹਮਣੇ ਵਾਲੇ ਨੂੰ ਚੁੱਭਦਾ ਹੈ। ਸੋ ਖੈਰ ਮੈਂ ਜ਼ਿਕਰ ਕਰਾਂ, ਕਹਾਣੀ ਪੜ੍ਹ ਰਿਹਾ ਸੀ, ਉਹ ਆਈ, ਉਹਨੇ ਆ ਕੇ ਸਭ ਤੋਂ ਪਹਿਲਾਂ ਵਧਾਈ ਦਿੱਤੀ, ਨਾਲ ਕਹਿੰਦੀ ਰੱਬ ਸ਼ੁਕਰ ਕਰੇ ਜਿਵੇਂ ਤੇਰਾ ਸ਼ਗਨ ਲੱਗ ਗਿਆ, ਇਸ ਤਰ੍ਹਾਂ ਗੁਰੂ ਕਿਰਪਾ ਕਰੇ, ਪਰਮਾਤਮਾ ਭਲੀ ਕਰੇ, ਤੇਰੀ ਮਿਰਗੀ ਵੀ ਹਟ ਜਾਏ। ਹੁਣ ਉਹ ਕੁੜੀ ਵਾਲੇ ਕੋਲ ਬੈਠੇ ਕਹਿੰਦੇ ਅੱਛਾ ਇਹਨੂੰ ਮਿਰਗੀ ਪੈਂਦੀ ਹੈ? ਕਹਿੰਦੀ ਨਹੀਂ ਨਹੀਂ, ਇੱਦਾਂ ਰੋਜ਼ ਨਹੀਂ ਇਹਨੂੰ ਮਿਰਗੀ ਪੈਂਦੀ, ਰੋਜ਼ ਨਹੀਂ ਮਿਰਗੀ ਦਾ ਦੌਰਾ ਪੈਂਦਾ, ਉਹ ਤੇ ਜਦੋਂ ਕਿਤੇ ਸ਼ਰਾਬ ਪੀ ਲੈਂਦਾ ਉਦੋਂ ਮਿਰਗੀ ਪੈਂਦੀ ਹੈ। ਉਹ ਕਹਿੰਦੇ ਅੱਛਾ ਇਹ ਸ਼ਰਾਬ ਵੀ ਪੀਂਦਾ? ਨਹੀਂ ਨਹੀਂ, ਕਹਿੰਦੀ ਸ਼ਰਾਬ ਕਿਹੜਾ ਇਹ ਰੋਜ਼ ਪੀਂਦਾ ਕਦੀ, ਉਹ ਤਾਂ ਜਦੋਂ ਕਿਤੇ ਇਹਦੇ ਕੋਲ ਪੈਸੇ ਹੁੰਦੇ ਨੇ, ਜੂਆ ਖੇਡਦਾ, ਉਦੋਂ ਪੀਂਦਾ ਹੈ। ਉਹ ਕਹਿੰਦੇ ਅੱਛਾ ਜੂਆ ਵੀ ਖੇਡਦਾ? ਫਿਰ ਕਹਿੰਦੇ ਨਹੀਂ ਨਹੀਂ, ਜੂਆ ਥੋੜ੍ਹੀ ਰੋਜ਼ ਕਿਤੇ ਖੇਡਦਾ ਹੈ, ਜੂਆ ਕਿਤੇ ਰੋਜ਼ ਹੀ ਖੇਡਿਆ ਜਾਂਦਾ, ਉਹ ਤੇ ਜਦੋਂ ਕਿਤੇ ਚੋਰਾਂ ਨਾਲ ਰਲ ਕੇ ਵੱਡੀ ਚੋਰੀ ਕਰਕੇ ਲਿਆਉਂਦਾ ਹੈ, ਚੰਗੇ ਪੈਸੇ ਜਿੱਦਣ ਕੋਲ ਹੁੰਦੇ, ਜੂਆ ਤੇ ਉਦਣ ਖੇਡਦਾ ਵਾ। ਉਹ ਕਹਿੰਦੇ ਅੱਛਾ ਇਹਦਾ ਮਤਲਬ ਇਹ ਚੋਰੀਆਂ ਵੀ ਕਰਦਾ। ਹੁਣ ਗੱਲ ਤੇ ਸਿਰਫ ਜ਼ੁਬਾਨ ਦੇ ਉੱਤੇ ਖੜੀ ਹੋਈ ਸੀ, 2-4 ਗੱਲਾਂ ਦੇ ਨਾਲ ਉਹ ਸਾਰਾ ਕੰਮ ਜਿਹੜਾ ਸੀ ਉਹਦਾ ਵਿਗਾੜ ਦਿੱਤਾ ਗਿਆ। ਸੋ ਇਸ ਤਰ੍ਹਾਂ ਭਾਵ ਸਿਰਫ ਕਹਿਣ ਦਾ ਇੱਥੋਂ ਇਹ ਲੈਣਾ ਹੈ ਕਿ ਜ਼ੁਬਾਨ ਜਿਹੜੀ ਹੈ ਵੱਡੇ ਵੱਡੇ ਕੰਮ ਵਿਗਾੜਦੀ ਵੀ ਹੈ, ਜ਼ੁਬਾਨ ਵੱਡੇ ਵੱਡੇ ਕੰਮ ਜਿਹੜੇ ਸਵਾਰਦੀ ਵੀ ਹੈ। ਸੋ ਖੈਰ ਸਾਹਿਬ ਨੇ ਤਾਂ ਬਾਣੀ ਅੰਦਰ ਇਸ ਜ਼ੁਬਾਨ ਦੇ ਪਰਥਾਏ ਬੜੇ ਬੇਅੰਤ ਵਚਨ ਕਹੇ ਨੇ। ਤਾਂ ਇੱਥੇ ਭਾਈ ਸਾਹਿਬ ਜੀ ਕਹਿੰਦੇ ਹੁਣ ਚਰਨਾਂ ਦੀ ਗੱਲ ਹੈ ਤਾਂ ਸਭ ਤੋਂ ਨੀਵੇਂ ਚਰਨ ਹੋਏ, ਇਹ ਸਾਰਿਆਂ ਤੋਂ ਨੀਵੇਂ ਹੋ ਕੇ ਰਹਿੰਦੇ ਨੇ, ਆਪਾ ਗਵਾ ਕਰਕੇ ਨਸੀਬ ਨਸੀਬੀ ਭਾਵ ਉੱਚੇ ਲੇਖਾਂ ਵਾਲੇ ਹਨ, ਜਿਹੜੇ ਆਪਾ ਭਾਵ ਗਵਾਉਂਦੇ ਹਨ। ਹਉਮੈ ਰੋਗ ਮਿਟਾਏਂਦਾ, ਸਤਿਗੁਰ ਪੂਰਾ ਕਰੇ ਤਬੀਬੀ।
ਸੋ ਇਸ ਤਰ੍ਹਾਂ ਪੂਰਾ ਗੁਰੂ ਜਿਹੜਾ ਹੈ ਇਹ ਕੀ ਕਰਦਾ ਹੈ, ਹਉਮੈ ਦੇ ਰੋਗ ਨੂੰ ਮਿਟਾਉਂਦਾ ਹੈ ਤੇ ਕਰੇ ਤਬੀਬੀ, ਇਹ ਹਕੀਮੀ ਕਰਦਾ ਹੈ ਪੂਰਾ ਗੁਰੂ। ਸਤਿਗੁਰੂ ਸਿੱਖ ਦੇ ਅੰਦਰ ਆਏ ਹੋਏ ਸਾਰੇ ਰੋਗ, ਭਾਵੇਂ ਹਉਮੈ ਦਾ ਰੋਗ ਹੈ, ਭਾਵੇਂ ਸਰੀਰਕ ਰੋਗ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਸੋ ਇਸ ਤਰ੍ਹਾਂ ਜ਼ਿਕਰ ਕਰਦੇ ਨੇ, ਕਹਿੰਦੇ ਚਰਨ ਸਾਰਿਆਂ ਤੋਂ ਨੀਵੇਂ, ਜਦੋਂ ਭਲੇ ਰਸਤੇ ਨੂੰ ਤੁਰਦੇ ਨੇ, ਗੁਰੂ ਘਰ ਵੱਲ ਨੂੰ ਤੁਰਦੇ ਹਨ, ਇਹ ਬੜੇ ਨਸੀਬਾਂ ਵਾਲੇ ਹਨ। ਭਾਵ ਇਸ ਤਰ੍ਹਾਂ ਚਰਨ ਨੀਵੇਂ ਹੋ ਕੇ ਵੀ ਸਾਰਿਆਂ ਤੋਂ ਉੱਚੇ ਹਨ। ਚਰਨਾਂ ਦੇ ਉੱਤੇ ਦੁਨੀਆ ਝੁਕਦੀ ਹੈ। ਕਦੀ ਕਿਸੇ ਨੇ ਅੱਖਾਂ ਨੂੰ ਤੇ ਮੱਥਾ ਨਹੀਂ ਟੇਕਿਆ, ਕਦੀ ਕਿਸੇ ਨੇ ਕੰਨਾਂ ਨੂੰ ਮੱਥਾ ਨਹੀਂ ਟੇਕਿਆ, ਕਿਸੇ ਦੀ ਜ਼ੁਬਾਨ ਨੂੰ ਮੱਥਾ ਨਹੀਂ ਟੇਕਿਆ। ਜਦੋਂ ਆਪਾਂ ਬਜ਼ੁਰਗਾਂ ਦੇ ਕੋਲ ਜਾਂਦੇ ਆਪਾਂ ਉਹਨਾਂ ਦੇ ਪੈਰੀ ਹੱਥ ਲਾਉਣੇ ਆ, ਆਪਾਂ ਕਦੀ ਉਹਨਾਂ ਦੇ ਕੰਨ ਤਾਂ ਨਹੀਂ ਫੜ ਲਏ ਜਾ ਕੇ, ਕਦੀ ਅੱਖਾਂ ਨੂੰ ਹੱਥ ਤੇ ਨਹੀਂ ਲਾਇਆ, ਪੈਰਾਂ ਨੂੰ ਹੱਥ ਲੱਗਦਾ। ਜਦੋਂ ਸਤਿਪੁਰਖਾਂ ਦੇ ਕੋਲ ਜਾਈਏ ਉਹਨਾਂ ਦੇ ਚਰਨਾਂ ਤੇ ਹੀ ਸਿਰ ਝੁਕਦਾ। ਗੁਰੂ ਕੋਲ ਜਾਈਏ ਚਰਨਾਂ ਤੇ ਸੀਸ ਝੁਕਾਇਆ ਜਾਂਦਾ। ਸਾਰਿਆਂ ਤੋਂ ਨੀਵੇਂ ਨੇ ਪਰ ਸਾਰਿਆਂ ਤੋਂ ਉੱਚੇ ਹਨ। ਇਸ ਲਈ ਭਾਈ ਸਾਹਿਬ ਕਹਿੰਦੇ ਗੁਰੂ ਕਿਰਪਾ ਕਰਦਾ, ਆਪਣੇ ਸਿੱਖ ਦੇ ਅੰਦਰੋਂ ਹਉਮੈ ਦਾ ਰੋਗ ਜਿਹੜਾ ਉਹ ਮਿਟਾ ਦਿੰਦਾ ਹੈ। ਪੈਰੀ ਪੈ ਰਹਿਰਾਸ ਕਰ, ਗੁਰ ਸਿੱਖ ਸੁਣ, ਗੁਰ ਸਿੱਖ ਮਨੀਬੀ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਹਨ ਇਹ ਕੀ ਰੀਤ ਨਿਭਾਉਂਦੇ ਹਨ, ਪੈਰੀ ਪੈ, ਪੈਰੀ ਪੈਣਾ ਕਰਦੇ ਸੀ। ਕਲਗੀਧਰ ਪਾਤਸ਼ਾਹ ਜੀ ਨੇ ਫਤਿਹ ਦੀ ਦਾਤ ਬਖਸ਼ਿਸ਼ ਕੀਤੀ। ਉਸ ਤੋਂ ਪਹਿਲਾਂ ਸਿੱਖ ਜਦੋਂ ਆਪਸ ਵਿੱਚ ਮਿਲਦੇ ਸੀ ਪੈਰੀ ਪੈਣਾ ਸ਼ਬਦ ਵਰਤਦੇ ਸਨ। ਸੋ ਇਸ ਤਰ੍ਹਾਂ ਰਹਿਰਾਸ ਕਰ, ਭਾਵ ਇਹ ਰੀਤੀ ਕਰਦੇ ਸੀ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰੂ ਦੇ ਸਿੱਖ ਜਿਹੜੇ ਸਨ ਉਹ ਮਨਨ ਕਰਦੇ ਸਨ, ਭਾਵ ਸੁਣ ਗੁਰ ਸਿੱਖ ਮਨੀਬੀ, ਮਨਨ ਕਰਦੇ ਸਨ, ਧਾਰਨ ਕਰਦੇ ਸਨ। ਜੋ ਗੁਰੂ ਨੇ ਸਿੱਖਾਂ ਨੂੰ ਹੁਕਮ ਹਦਾਇਤਾਂ ਨਿਯਮ ਦਿੱਤੇ ਸਿੱਖ ਉਹਨਾਂ ਨੂੰ ਮੰਨਦੇ ਸੀ, ਇੱਕ ਦੂਜੇ ਦੇ ਚਰਨੀ ਹੱਥ ਲਾਉਂਦੇ ਸੀ, ਇੱਕ ਦੂਜੇ ਦਾ ਅਦਬੋ ਸਤਿਕਾਰ ਕਰਦੇ ਸੀ। ਖੈਰ ਸਮਝ ਆਪਣੀ ਆਪਣੀ, ਬੇਸ਼ੱਕ ਸਤਿਗੁਰਾਂ ਨੇ ਸਾਨੂੰ ਫਤਿਹ ਦੀ ਸਾਂਝ ਦਿੱਤੀ ਹੈ, ਪਰ ਫਿਰ ਵੀ ਕਮਾਈ ਵਾਲੇ ਗੁਰਸਿੱਖ ਦੇ ਚਰਨੀ ਹੱਥ ਲਾਉਣ ਵਿੱਚ ਕੋਈ ਹਰਜ਼ ਨਹੀਂ ਹੈ। ਸੋ ਖੈਰ ਇਸ ਲਈ ਭਾਈ ਸਾਹਿਬ ਜੀ ਇੱਥੇ ਕਹਿੰਦੇ ਮੁਰਦਾ ਹੋਏ ਮੁਰੀਦ ਗਰੀਬੀ, ਜੋ ਗਰੀਬ ਮੁਰਦਾ ਹੋ ਜਾਵੇ ਉਹ ਮੁਰੀਦ ਭਾਵ ਕਿ ਮੁਰੀਦੀ ਉਹ ਸਿੱਖੀ ਦੇ ਯੋਗ ਹੋ ਜਾਂਦਾ ਹੈ। ਜਿਸ ਤਰ੍ਹਾਂ ਸਭ ਤੋਂ ਨੀਵੇਂ ਚਰਨ ਹੋਏ ਆਪ ਗਵਾਏ ਨਸੀਬ ਨਸੀਬੀ, ਇੱਥੇ ਦ੍ਰਿਸ਼ਟਾਂਤ ਇਹ ਦਿੱਤਾ ਹੈ ਕਿ ਚਰਨ ਸਾਰਿਆਂ ਤੋਂ ਨੀਵੇਂ ਹੋ ਕੇ ਸਾਰਿਆਂ ਤੋਂ ਮਹਾਨ ਹੋ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਗੁਰਸਿੱਖ ਮੁਰਦਾ ਹੋਏ ਮੁਰੀਦ ਗਰੀਬੀ, ਉਹ ਫਿਰ ਇਸ ਸਿੱਖੀ ਨੂੰ ਧਾਰਨ ਕਰਦਾ ਜਿਹੜਾ ਨਿਮਰਤਾ ਦਾ ਪੁੰਜ ਹੋਵੇ, ਜਿਹੜਾ ਨਿਮਰਤਾ ਦੇ ਵਿੱਚ ਬਿਲਕੁਲ ਆਪਣੇ ਜੀਵਨ ਨੂੰ ਢਾਲ ਦੇਵੇ, ਜੋ ਮੁਰਦੇ ਦੀ ਨਿਆਈ ਹੋ ਜਾਵੇ। ਜਿਵੇਂ ਪਿਛਲੀਆਂ ਪੌੜੀਆਂ 'ਚ ਵੀ ਆਪਾਂ ਬਚਨ ਪੜ੍ਹੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪਉ ਹੋਵਣਾ। ਸੋ ਇਸ ਲਈ ਇੱਥੇ ਭਾਈ ਸਾਹਿਬ ਜ਼ਿਕਰ ਕਰਦੇ ਨੇ ਇਸ ਪੌੜੀ ਦੇ ਭਾਵ ਕਿ ਜੀਭ, ਨੱਕ, ਕੰਨ, ਜ਼ੁਬਾਨ, ਇਹ ਅੱਖਾਂ ਆਦਿਕ ਜਿਹੜੇ ਇਹ ਸਾਰੇ ਉੱਚੇ ਥਾਂ 'ਤੇ ਨੇ, ਪਰ ਇਹ ਸਾਰੇ ਜਿਹੜੇ ਨੇ ਵਿਸ਼ਿਆਂ ਦੇ ਅਧੀਨ ਹੋ ਜਾਂਦੇ ਨੇ, ਉਹਨਾਂ ਦੀ ਪੂਰਨਤਾ ਕਰਦੇ ਨੇ। ਅੱਖਾਂ ਸੰਸਾਰ ਦੇ ਰੂਪ ਦੀ ਪੂਰਨਤਾ ਕਰਦੀਆਂ ਨੇ, ਜ਼ੁਬਾਨ ਸਵਾਦ ਦੀ ਪੂਰਨਤਾ ਕਰਦੀਆਂ, ਪਰ ਪੈਰ ਸਾਰਿਆਂ ਤੋਂ ਨੀਵੇਂ ਨੇ ਤੇ ਸਾਰੇ ਸਰੀਰ ਦਾ ਕੰਮ ਸਵਾਰਦੇ ਨੇ। ਤੁਸੀਂ ਇੱਕ ਥਾਂ ਤੇ ਬੈਠਿਆਂ ਦੂਜੀ ਥਾਂ ਤੋਂ ਚੀਜ਼ ਚੁੱਕਣੀ ਹੈ, ਪੈਰਾਂ ਨਾਲ ਹੀ ਤੁਰ ਕੇ ਜਾਓਗੇ, ਹੱਥਾਂ ਨਾਲ ਥੋੜ੍ਹੀ ਤੁਰੋਗੇ। ਜ਼ਿੰਦਗੀ ਦੇ ਸਾਰੇ ਕਾਰਜ ਜਿਹੜੇ ਨੇ ਉਹ ਸਾਡੇ ਪੈਰ ਹੀ ਸਵਾਰਦੇ ਪਏ ਨੇ, ਤੇ ਇਹੀ ਸਾਨੂੰ ਸਤ ਸੰਗਤ ਵਿੱਚ ਲੈ ਕੇ ਜਾਂਦੇ, ਗੁਰੂ ਕੋਲ ਲੈ ਕੇ ਜਾਂਦੇ। ਜਦੋਂ ਗੁਰੂ ਕੋਲ ਲੈ ਜਾਂਦੇ ਨੇ, ਜਿਵੇਂ ਪੈਰਾਂ ਨਾਲ ਚੱਲ ਕੇ ਡਾਕਟਰ ਕੋਲ ਜਾਈਦਾ, ਉਹ ਫਿਰ ਦਵਾਈ ਦਿੰਦਾ, ਆਪਰੇਸ਼ਨ ਕਰਦਾ, ਰੋਗ ਕੱਟਦਾ। ਇਹਨਾਂ ਪੈਰਾਂ ਨਾਲ ਹੀ ਚੱਲ ਕੇ ਗੁਰੂ ਕੋਲ ਜਾਈਦਾ ਤੇ ਗੁਰੂ ਫਿਰ ਹਉਮੈ ਰੋਗ ਕੱਟ ਦਿੰਦਾ ਹੈ। ਇਹਨਾਂ ਪੈਰਾਂ ਦੇ ਉੱਤੇ ਫਿਰ ਮੱਥਾ ਟੇਕੀਦਾ। ਇਉਂ ਮੁਰੀਦ ਜਿਹੜਾ ਹੈ ਉਹ ਗਰੀਬ ਹੋ ਕਰਕੇ, ਗਰੀਬੀ ਭਾਵ ਦੇ ਵਿੱਚ ਹੋ ਕਰਕੇ ਗੁਰੂ ਦੇ ਦਰ ਤੋਂ ਵੱਡੀਆਂ ਬਖਸ਼ਿਸ਼ਾਂ ਲੈਂਦਾ ਹੈ। ਨਿਮਰਤਾ ਅਤ ਜ਼ਰੂਰੀ ਹੈ। ਸੋ ਚੌਥੀ ਪੌੜੀ ਵਿੱਚ ਹੁਣ ਜ਼ਿਕਰ ਕਰਦੇ ਨੇ, ਚੀਚੀ ਸਾਰਿਆਂ ਤੋਂ ਛੋਟੀ ਹੈ ਪਰ ਚੀਚੀ ਕਿੰਨਾ ਮਾਣ ਪਾ ਰਹੀ ਹੈ। ਲਹੁੜੀ ਹੋਏ ਚੀਚੁੰਗਲੀ, ਪੈਂਦੀ ਛਾਪ ਮਿਲੀ ਵਡਿਆਈ। ਚੀਚੀ ਸਾਰਿਆਂ ਤੋਂ ਛੋਟੀ ਉਂਗਲ ਹੈ ਸਾਡੇ ਹੱਥ ਦੀ, ਪਰ ਛਾਪ ਜਿਹੜੀ ਸੀ ਅੱਜ ਕੱਲ੍ਹ ਤੇ ਜਿਹੜੀ ਮਰਜ਼ੀ ਉਂਗਲ 'ਚ ਲੋਕ ਪਾ ਦਿੰਦੇ। ਪੁਰਾਣੇ ਸਮੇਂ ਦੇ ਵਿੱਚ ਜ਼ਿਆਦਾਤਰ ਛਾਪ ਰਿੰਗ ਜਿਹੜੀ ਸੀ ਕਿਸੇ ਸ਼ਗਨ ਦੇ ਵਿੱਚ ਪਾਉਣੀ, ਵੈਸੇ ਕਿਸੇ ਨੂੰ ਪਾਉਣੀ, ਤੇ ਚੀਚੀ ਦੇ ਵਿੱਚ ਪਾਈ ਜਾਂਦੀ ਸੀਗੀ। ਸੋ ਸਾਰਿਆਂ ਤੋਂ ਛੋਟੀ ਹੋ ਕਰਕੇ ਇਹਨੂੰ ਛਾਪਾਂ ਪਾਉਣ ਦੀ ਵਡਿਆਈ ਜਿਹੜੀ ਉਹ ਮਿਲਦੀ ਹੈ। ਲਹੁੜੀ ਕਨਹਰ ਬੂੰਦ ਹੋਏ, ਪ੍ਰਗਟ ਮੋਤੀ ਸਿਪ ਸਮਾਈ। ਤੇ ਮੀਂਹ ਦੀਆਂ ਬੂੰਦਾਂ ਦੇ ਵਿੱਚ ਇੱਕ ਛੋਟੀ ਜਿਹੀ ਸਵਾਂਤੀ ਬੂੰਦ ਹੈ, ਛੋਟੀ ਜਿਹੀ ਹੈ, ਉਹ ਕੋਈ ਬਹੁਤ ਵੱਡੀ ਨਹੀਂ ਕਿ ਉਸ ਸਵਾਂਤੀ ਬੂੰਦ ਦੇ ਵਿੱਚ ਜਿਵੇਂ ਕਹਿ ਲਓ ਮਣਾ ਮੂੰਹ ਪਾਣੀ ਹੋਏਗਾ।
उस सवांती बूंद विच कोई 2-4 लीटर पानी दा बिल्कुल जिवें आम मींह दीआं बूंदां कई वार उन्हां तो भी आकार दे विच ओह छोटी हुंदी है सवांती बूंद, पर इन्ना ਉਹਨੂੰ ਮਾਣ ਮਿਲਦਾ ਹੈ ਕਿ ਨਿੱਕੀ ਜਿਹੀ ਬੂੰਦ ਜਿਹੜੀ ਹੈ ਉਹ ਸਿਪ ਦੇ ਵਿੱਚ ਪੈਂਦੀ ਹੈ, ਸਿਪ ਦੇ ਵਿੱਚ ਸਮਾਉਂਦੀ ਹੈ। ਜਦੋਂ ਬੂੰਦ ਸਿੱਪੀ ਦੇ ਵਿੱਚ ਪੈਂਦੀ ਤਾਂ ਮੋਤੀ ਹੋ ਕਰਕੇ ਪ੍ਰਗਟ ਹੋ ਜਾਂਦੀ। ਉਸੇ ਨਿੱਕੀ ਜਿਹੀ ਬੂੰਦ ਦਾ ਫਿਰ ਮੋਤੀ ਬਣਦਾ ਤੇ ਉਹ ਮੋਤੀ ਫਿਰ ਬੇਸ਼ਕੀਮਤਾ ਬੇਮੁੱਲਾ ਹੋ ਜਾਂਦਾ, ਉਹਦਾ ਕੋਈ ਮੁੱਲ ਪਾਉਣਾ ਵੀ ਬੜਾ ਕਠਿਨ ਹੋ ਜਾਂਦਾ ਹੈ। ਭਾਵ ਇਹ ਨਿੱਕੀਆਂ ਚੀਜ਼ਾਂ ਨੇ, ਪਰ ਨਿੱਕੀਆਂ ਹੋਣ ਦੇ ਬਾਵਜੂਦ ਇਹਨਾਂ ਕੋਲ ਵੱਡੀ ਵਡਿਆਈ ਹੈ। ਹੁਣ ਨਿੱਕੀਆਂ ਚੀਜ਼ਾਂ 'ਚ ਇੱਕ ਉਦਾਹਰਨ ਹੋਰ ਦੇ ਕੇ ਕਹਿੰਦੇ, ਲਹੁੜੀ ਬੂਟੀ ਕੇਸਰ ਹੈ, ਮੱਥੈ ਟਿੱਕਾ ਸ਼ੋਭਾ ਪਾਈ। ਤੇ ਕੇਸਰ ਦੀ ਬੂਟੀ ਬੜੀ ਛੋਟੀ ਜਿਹੀ ਹੈ, ਕੋਈ ਬਹੁਤ ਵੱਡੀ ਨਹੀਂ ਹੈ। ਸੋ ਜਦੋਂ ਕੇਸਰ ਨੂੰ ਵੇਖੋ ਕਦੀ ਛੋਟੇ ਛੋਟੇ ਹਨ, ਜਦੋਂ ਕੇਸਰ ਦੇ ਪੱਤੇ ਬੂਟੀਆਂ ਦੇਖਦੇ ਹਾਂ ਬੜਾ ਛੋਟੀ ਜੀ ਹੈ, ਪਰ ਉਸ ਕੇਸਰ ਦਾ ਟਿੱਕਾ ਲਾਇਆ ਜਾਂਦਾ ਹੈ, ਕੇਸਰ ਦਾ ਮਾਣ ਪ੍ਰਾਪਤ ਹੁੰਦਾ ਹੈ ਜਦੋਂ ਕੇਸਰ ਦੇ ਟਿੱਕੇ ਲੱਗਦੇ ਨੇ। ਸੋ ਕੇਸਰ ਬਹੁਤ ਛੋਟੇ ਜਿਹੇ ਰੂਪ ਅੰਦਰ ਹੈ। ਖੈਰ ਆਪ ਸਾਰਿਆਂ ਨੇ ਤਕਾਜ਼ਨ ਕੇਸਰ ਦੇਖਿਆ ਹੋਏਗਾ। ਸੋ ਜਦੋਂ ਉਹਨੂੰ ਘਸਾ ਕੇ ਕੇਸਰ ਦਾ ਟਿੱਕਾ ਲਾਇਆ ਜਾਂਦਾ ਹੈ, ਲੱਗਦਾ ਵੀ ਐਨ ਮੱਥੇ ਦੇ ਵਿੱਚ ਹੈ। ਕਦੀ ਕੇਸਰ ਦਾ ਟਿੱਕਾ ਕਿਸੇ ਨੇ ਪੈਰਾਂ 'ਤੇ ਨਹੀਂ ਲਾਇਆ, ਹੱਥਾਂ 'ਤੇ ਨਹੀਂ ਲਾਇਆ, ਪਿੱਠ 'ਤੇ ਨਹੀਂ ਲਾਇਆ। ਉਸ ਤੋਂ ਬਾਅਦ ਜਿਹਨੂੰ ਟਿੱਕਾ ਲੱਗਦਾ ਉਹਨੂੰ ਵਡਿਆਈ ਮਿਲਦੀ। ਬੇਮਤਲਬ ਕੋਈ ਕੇਸਰ ਦਾ ਟਿੱਕਾ ਲਾਉਂਦਾ ਨਹੀਂ ਹੈ। ਪਹਿਲੇ ਸਮਿਆਂ 'ਚ ਜੇ ਕਿਸੇ ਨੂੰ ਰਾਜ ਸਿੰਘਾਸਨ ਮਿਲਣਾ, ਕੇਸਰ ਚੰਦਨ ਦੇ ਟਿੱਕੇ ਲੱਗਣੇ, ਗੁਰਤਾ ਗੱਦੀ ਮਿਲਦੀ ਸੀ, ਕੇਸਰ ਚੰਦਨ ਦਾ ਟਿੱਕਾ ਲਾਇਆ ਜਾਂਦਾ ਸੀ। ਸੋ ਇਸ ਤਰ੍ਹਾਂ ਫਿਰ ਚੌਥੀ ਉਦਾਹਰਨ ਦਿੰਦੇ, ਲਹੁੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ। ਤੇ ਪਾਰਸ ਦੀ ਪੱਥਰੀ ਜਿਹੜੀ ਹੈ ਨਾ, ਜਿਵੇਂ ਵੱਡਾ ਪੱਥਰ ਹੁੰਦਾ ਛੋਟੀ ਪੱਥਰੀ ਹੁੰਦੀ ਹੈ, ਲਹੁੜੀ ਬਹੁਤ ਛੋਟੀ ਜੀ ਪਾਰਸ ਦੀ ਵੱਟੀ ਹੈ, ਪਰ 8 ਧਾਤਾਂ ਨੂੰ ਸੋਨਾ ਕਰ ਦਿੰਦੀ ਹੈ। ਮਣਾ ਮੂੰਹੀ ਲੋਹਾ ਪਿਆ ਉਹਦੇ ਅੱਗੇ, ਪਰ ਛੋਟੀ ਜੀ ਪਾਰਸ ਦੀ ਪੱਥਰੀ ਜਿਹੜੀ ਵੱਟੀ ਜਿਹੜੀ ਹੈ 8 ਧਾਤਾਂ ਨੂੰ ਸੋਨਾ ਕਰ ਦਿੰਦੀ। ਜਿਉਂ ਮਨ ਲਹੁੜੈ ਸੱਪ ਸਿਰ ਦੇਖੈ ਲੁਕ ਲੁਕ ਲੋਕ ਲੁਕਾਈ। ਤੇ ਇਸੇ ਤਰ੍ਹਾਂ ਜਿਵੇਂ ਸੱਪ ਦੇ ਸਿਰ ਵਿੱਚ ਛੋਟੀ ਜੀ ਮਣੀ ਹੈ ਤੇ ਸਾਰੇ ਲੋਕ ਉਸ ਮਣੀ ਨੂੰ ਲੁਕ ਲੁਕ ਕੇ ਵੇਂਦੇ ਨੇ। ਹੁਣ ਜੇ ਸੱਪ 6-7 ਫੁੱਟ ਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਉਹ ਮਣੀ ਵੀ ਉਹਦੇ ਸਿਰ 'ਚ 6-7 ਫੁੱਟ ਦੀ ਹੋਏਗੀ। ਬਿਲਕੁਲ ਛੋਟੀ ਜੀ ਮਣੀ ਹੈ ਤੇ ਲੋਕ ਸੱਪ ਤੋਂ ਡਰਦਿਆਂ ਹੋਇਆਂ ਰੁੱਖਾਂ ਦੇ ਓਹਲੇ ਹੋ ਕੇ, ਜੇ ਕਿਤੇ ਜੰਗਲ ਦੇ ਵਿੱਚ ਸੱਪ ਦੀ ਮਣੀ ਚਮਕਦੀ ਹੋਵੇ, ਕੋਲ ਬੈਠਾ ਹੋਵੇ ਸੱਪ, ਰੁੱਖਾਂ ਕੰਧਾਂ ਦੇ ਓਹਲੇ ਹੋ ਕੇ ਲੋਕ ਸਾਰੀ ਲੋਕਾਈ ਜਿਹੜੀ ਸ੍ਰਿਸ਼ਟੀ ਜਿਹੜੀ ਫਿਰ ਲੁਕ ਲੁਕ ਕੇ ਦੇਖਦੀ ਹੈ। ਜਾਣ ਰਸਾਇਣ ਪਰੇਹੁ ਰੱਤੀ ਮੁੱਲ ਨਾ ਜਾਏ ਮੁਲਾਈ। ਫਿਰ ਜ਼ਿਕਰ ਕਰਦੇ ਨੇ ਪਾਰੇ ਦੀ ਰਸਾਇਣ ਜਿਹੜੀ ਹੈ ਉਹ ਬਿਲਕੁਲ ਰੱਤੀ, ਜੋ ਰੱਤੀ ਬਣਦੀ ਹੈ, ਪਾਰਾ ਜਦੋਂ ਭਸਮ ਕੀਤਾ ਜਾਂਦਾ ਹੈ ਉਹਦੇ 'ਚੋਂ ਰੱਤੀ ਬਣਦੀ ਹੈ, ਉਹਦੇ 'ਚੋਂ ਦਵਾ ਵੀ ਬਣਦੀ ਹੈ। ਸੋ ਉਹਦਾ ਕੋਈ ਮੁੱਲ ਜਿਹੜਾ ਹੈ ਉਹ ਕਿਸੇ ਚੀਜ਼ ਦੇ ਨਾਲ ਪਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਪਾਰਾ ਵੀ ਬੜਾ ਮਹਿੰਗਾ ਹੈ, ਪਾਰੇ ਦੀਆਂ ਰੱਤੀਆਂ ਵੀ ਬੜੀਆਂ ਮਹਿੰਗੀਆਂ। ਫਿਰ ਪਾਰਾ ਜਿਹੜਾ ਜਦੋਂ ਭਸਮ ਕਰ ਲਿਆ ਜਾਵੇ ਤੇ ਉਹ ਫਿਰ ਕਿਲੋਆਂ ਦੇ ਵਿੱਚ ਨਹੀਂ ਵਿਕਦਾ ਕਿ ਪਾਰਾ ਭਸਮ ਕੀਤਾ ਇੰਨੇ ਕਿਲੋ ਲੈ ਜਾਓ। ਉਹ ਫਿਰ ਰੱਤੀ ਤੋਲੇ ਮਾਸਿਆਂ ਦੇ ਰੂਪ ਵਿੱਚ ਵਿਕਦਾ ਹੈ ਤੇ ਬਹੁਤ ਮਹਿੰਗੇ ਮੁੱਲ ਦੇ ਵਿੱਚ ਵਿਕਦਾ। ਆਪ ਗਵਾਏ ਨਾ ਆਪ ਗਣਾਈ। ਸੋ ਇਸ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਨੇ ਉਹ ਆਪਾ ਭਾਵ ਗਵਾ ਕੇ ਕਦੀ ਆਪਣਾ ਹੰਕਾਰ ਗੁਣ ਉੱਚਾਪਣ ਜਿਹੜਾ ਉਹ ਨਹੀਂ ਗਣਾਉਂਦੇ। ਸੋ ਇਸ ਤਰ੍ਹਾਂ ਇਸ ਪੌੜੀ 'ਚ ਦ੍ਰਿਸ਼ਟਾਂਤ ਦੇ ਕੇ ਇਹੀ ਸਮਝਾਇਆ, ਚੀਚੀ ਸਵਾਂਤੀ ਬੂੰਦ ਕੇਸਰ ਪਾਰਸ ਮਣੀ ਰਸਾਇਣ, ਇਹ ਸਾਰੇ ਦ੍ਰਿਸ਼ਟਾਂਤ ਜਿਹੜੇ ਇਹ ਨਿਮਰਤਾ ਦਾ ਉਪਦੇਸ਼ ਨੇ। ਭਾਵ ਇਉਂ ਗੁਰੂ ਕਾ ਸਿੱਖ ਜਿਹੜਾ ਦਿਲੋਂ ਨਿਮਾਣਾ ਹੋ ਕੇ ਰਵੇ ਤੇ ਦਰਗਹਿ ਮਾਣ ਨਿਮਾਣਾ ਪਾਵੈ। ਸੋ ਇਸ ਤਰ੍ਹਾਂ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ ਹੈ। ਸੋ ਇਹਨਾਂ 4 ਪੌੜੀਆਂ ਵਿੱਚ ਭਾਈ ਸਾਹਿਬ ਜੀ ਨੇ ਸਾਨੂੰ ਨਿਮਰਤਾ ਸਿਖਾਈ ਹੈ ਕਿ ਗੁਰਸਿੱਖ ਨਿਮਰਤਾ ਦੇ ਵਿੱਚ ਰਹੇ। ਸੋ ਚੌਥੀ ਪਾਵਨ ਵਾਰ ਦੀਆਂ 4 ਪੌੜੀਆਂ ਸੰਪੂਰਨ ਹੋਈਆਂ। ਭੁੱਲਾਂ ਦੀ ਖਿਮਾ। ਅੱਗੇ ਵੀ ਫਿਰ ਜਿਵੇਂ ਨਿਮਰਤਾ ਦੇ ਦ੍ਰਿਸ਼ਟਾਂਤ ਦੇਣਗੇ, ਅਗਲੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਹਿਬ ਸਮੱਤ ਦੀ ਦਾਤ ਬਖਸ਼ ਨਿਵਾਜ ਨਾ ਕਰਨ। ਜਾਣ ਰਸਾਇਣ ਪਰੇਹੁ ਰੱਤੀ ਮੁੱਲ ਨਾ ਜਾਏ ਮੁਲਾਈ। ਆਪ ਗਵਾਏ ਨਾ ਆਪ ਗਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।